ਹਾਂਜੀ ਹਾਂਜੀ ਰੀਟ ਵਾਲਿਓ ਕਿਵੇਂ ਹੋ ਸਾਰੇ ਠੀਕ ਹੋ ਜੀ। ਪੰਜਾਬੀ ਭਾਸ਼ਾ ਦੀ ਜਮਾਤ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਤੇ ਦੇਖੋ ਜੀ ਮੈਂ ਨਾ ਅੱਜ ਆਪਣੀ ਬੁੱਕ ਦਾ ਰਿਵਿਊ ਕਰ ਰਿਹਾ ਸੀਗਾ, ਇਹਨੂੰ ਅੱਜ ਥੋੜ੍ਹਾ ਜਿਹਾ ਪੜ੍ਹ ਰਿਹਾ ਸੀਗਾ। ਇੱਕ ਬਹੁਤ ਹੀ ਸ਼ਾਨਦਾਰ ਟੀਚਰ, ਹਿਸਟਰੀ ਦੇ ਇੱਕ ਅਧਿਆਪਕ, ਉਹਨਾਂ ਨੇ ਇੱਕ ਗੱਲ ਮੈਨੂੰ ਕਹੀ ਸੀ ਕਿ ਜਦੋਂ ਤੁਸੀਂ ਆਪਣੀ ਬੁੱਕ ਪੜ੍ਹੋਗੇ ਨਾ ਤਾਂ ਤੁਸੀਂ ਇਹਦੇ ਵਿੱਚੋਂ ਵੀ ਕੁਝ ਸਿੱਖੋਗੇ। ਸੋ ਮੈਨੂੰ ਕਾਫੀ ਚੀਜ਼ਾਂ ਸਿੱਖਣ ਦੇ ਵਿੱਚ ਮਿਲੀਆਂ ਜੀ। ਮੈਨੂੰ ਲੱਗਦਾ ਵੀ ਥੋੜ੍ਹੀ ਜਿਹੀ ਚਲੋ ਜਲਦਬਾਜ਼ੀ ਠੀਕ ਹੈ, ਚਲੋ ਜੋ ਵੀ ਸੀ ਵਿਦਿਆਰਥੀਆਂ ਦੀ ਮੰਗ ਦੇ ਅਨੁਸਾਰ। ਦੇਖੋ ਜੀ ਕਹਿੰਦੇ ਆ ਨਾ ਕਿ ਮੰਗ ਸੀਗੀ ਤਾਂ ਫਿਰ ਹੈ ਨਾ ਉਸ ਹਿਸਾਬ ਨਾਲ ਡਿਮਾਂਡ ਦੇ ਹਿਸਾਬ ਨਾਲ ਸਪਲਾਈ ਵਾਲਾ ਕੰਮ ਸੀਗਾ ਆਪਣਾ। ਹੁਣ ਦੇਖੋ ਜੀ ਇਹਦੇ ਵਿੱਚ ਨਾ ਦੇਖੋ ਥੋੜ੍ਹੀਆਂ ਥੋੜ੍ਹੀਆਂ ਮਿਸਟੇਕਸ ਆ ਰਹੀਆਂ ਕਿਤੇ ਕਿਤੇ। ਅਤੇ ਮੈਨੂੰ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਤਾਂ ਖੁਸ਼ੀ ਜ਼ਰੂਰ ਸੀਗੀ ਕਿ ਆਪਣੀ ਬੁੱਕ ਹੈ ਜਿਹੜੀ ਉਹਨੂੰ ਰਿਸਪੌਂਸ ਬਹੁਤ ਸ਼ਾਨਦਾਰ ਮਿਲਿਆ, ਬਹੁਤ ਹੀ ਸ਼ਾਨਦਾਰ ਹੁੰਗਾਰਾ ਮਿਲਿਆ ਤੁਹਾਡੇ ਵੱਲੋਂ। ਪਰ ਇਹਦੀਆਂ ਮਿਸਟੇਕਸ ਨੇ ਮੈਨੂੰ ਅੱਜ ਥੋੜ੍ਹਾ ਜਿਹਾ ਪਰੇਸ਼ਾਨੀ ਦੇ ਵਿੱਚ ਪਾਤਾ, ਕਿਉਂਕਿ ਜਿਹੜੀ ਮਿਸਟੇਕਸ ਮੈਂ ਬਾਰ-ਬਾਰ ਇਹਦੀ ਜਿਹੜੀ ਪ੍ਰੂਫ ਰੀਡਿੰਗ ਕੀਤੀ ਸੀ, ਮੈਂ ਆਪ ਬਾਰ-ਬਾਰ ਕੀਤੀ ਸੀ। ਉਹ ਮਿਸਟੇਕਸ ਮੈਂ ਉਹਨਾਂ ਮਿਸਟੇਕਸ ਨੂੰ ਮੈਂ ਦੂਰ ਕੀਤਾ ਸੀ ਐਕਚੁਅਲੀ ਦੇ ਵਿੱਚ। ਉਹੋ ਹੀ ਮਿਸਟੇਕ ਦੁਬਾਰੇ ਫੇਰ ਆ ਗਈਆਂ। ਸੋ ਮੈਨੂੰ ਇਸ ਚੀਜ਼ ਦਾ ਥੋੜ੍ਹਾ ਜਿਹਾ ਦੁੱਖ ਵੀ ਹੈ। ਅਤੇ ਚਲੋ ਮੈਨੂੰ ਸਭ ਤੋਂ ਵੱਡੀ ਗੱਲ ਇਸ ਗੱਲ ਦੀ ਖੁਸ਼ੀ ਹੈ ਕਿ ਆਪਾਂ ਦੇਖੋ ਜੀ ਜ਼ਿੰਮੇਵਾਰੀ ਤੋਂ ਭੱਜਦੇ ਨਹੀਂ ਆਪਾਂ। ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਜਿਹੜੀ ਮਿਸਟੇਕਸ ਆਪਣੇ ਤੋਂ ਹੋਈ ਹੈ, ਵਿਦਿਆਰਥੀ ਨਾ ਵਾਰ-ਵਾਰ ਮੇਰੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਵਿਦਿਆਰਥੀਆਂ ਨੂੰ ਰਿਸਪੌਂਸ ਕਰਨ ਦਾ ਅੱਗੋਂ। ਅਤੇ ਵਿਦਿਆਰਥੀ ਵਾਰ-ਵਾਰ ਮੈਨੂੰ ਫੋਟੋ ਖਿੱਚ ਕੇ ਭੇਜ ਦਿੰਦੇ ਆ 5 ਮਿੰਟ ਬਾਅਦ, 7 ਮਿੰਟਾਂ ਬਾਅਦ, 10 ਮਿੰਟਾਂ ਬਾਅਦ। ਸੋ ਮੈਨੂੰ ਵੀ ਥੋੜ੍ਹਾ ਜਿਹਾ ਅਕੇਵਾਂ ਆਇਆ ਪਿਆ ਵੀ ਇਹ ਹੋ ਕੀ ਰਿਹਾ, ਦਿੱਕਤ ਕਾਫੀ ਆ ਰਹੀ ਹੈ ਲੱਗਦਾ। ਚਲੋ ਹੈ ਫਿਰ ਵੀ ਤੁਸੀਂ ਕੁਝ ਕੁ ਚੀਜ਼ਾਂ ਸੈਂਸ ਨਾਲ ਇੱਕ ਤਾਂ ਠੀਕ ਕਰ ਲਿਓ। ਦੂਜਾ ਨੰਬਰ ਮੈਂ ਵਿਦਿਆਰਥੀਆਂ ਨੂੰ ਵਾਰ-ਵਾਰ ਕਹਿੰਦਾ ਕਿ ਅਗਰ ਤੁਹਾਨੂੰ ਲੱਗੇ ਕਿ ਇਹ ਮਿਸਟੇਕ ਵੱਡੀ ਹੈ ਤਾਂ ਮੇਰੀ YouTube 'ਤੇ ਜਿਹੜੀ ਵੀਡੀਓ ਆ ਮੈਂ ਪੂਰੇ ਵਧੀਆ ਤਰੀਕੇ ਨਾਲ ਉਸ ਚੀਜ਼ ਨੂੰ ਸਮਝਾਉਣਾ। ਕਿਉਂਕਿ ਦੇਖੋ ਇਸ ਚੀਜ਼ ਦੇ ਵਿੱਚ ਜੋ ਆਪਾਂ ਕਲਾਸ ਦੇ ਵਿੱਚ ਪੜ੍ਹਦੇ ਹਾਂ ਉਹ ਤਾਂ ਦੇਖੋ ਜੀ ਮੈਂ ਆਪਣੇ ਵੱਸ ਦੇ ਵਿੱਚ ਕੁਝ ਗੱਲਾਂ ਮੇਰੇ ਹੈਗੀਆਂ ਕਿ ਮੈਂ 0 ਮਿਸਟੇਕਸ ਨਾਲ ਕਿਤੇ ਨਾ ਕਿਤੇ ਤੁਹਾਨੂੰ ਪੜ੍ਹਾ ਸਕਦਾ। ਇਸ ਗੱਲ ਦਾ ਤਾਂ ਚਲੋ ਹੋ ਸਕਦਾ ਕਿਤੇ ਨਾ ਕਿਤੇ ਹੋ ਸਕਦਾ ਇੱਕਾ ਦੁੱਕਾ ਮਿਸਟੇਕ ਹੋ ਜਾਂਦੀ ਹੈ, ਕਿਉਂਕਿ ਬੰਦੇ ਆਪਾਂ ਰੱਬ ਨਹੀਂ ਹੈ। ਅਤੇ ਪਰ ਇਹਦੇ ਵਿੱਚ ਮੈਨੂੰ ਹੁਣ ਐਂ ਲੱਗ ਰਿਹਾ ਕਿ ਇੱਥੇ ਮੇਰਾ ਵੱਸ ਨਹੀਂ ਚੱਲਿਆ, ਇਹ ਗੱਲ ਮੇਰੇ ਵੱਸੋਂ ਬਾਹਰ ਹੋ ਗਈ ਥੋੜ੍ਹੀ ਜਿਹੀ। ਸੋ ਮੈਨੂੰ ਇਸ ਚੀਜ਼ ਦਾ ਅੱਜ ਥੋੜ੍ਹਾ ਜਿਹਾ ਦੁੱਖ ਵੀ ਲੱਗਾ। ਚਲੋ ਖੈਰ ਕੋਈ ਗੱਲ ਨਹੀਂ, ਕਿਉਂਕਿ ਮੈਂ 0 ਮਿਸਟੇਕਸ ਚਾਹੁੰਦਾ ਸੀਗਾ, ਪਰ ਮੈਂ ਜੋ ਚਾਹੁੰਦਾ ਉਹ ਹੋਵੇ ਜ਼ਰੂਰੀ ਤਾਂ ਨਹੀਂ ਗਾ। ਸੋ ਇਸ ਕਰਕੇ ਬਈ ਥੋੜ੍ਹਾ ਜਿਹਾ ਆਪਣਾ ਇਸ ਚੀਜ਼ ਨੂੰ ਥੋੜ੍ਹਾ ਜਿਹਾ ਜ਼ਰੂਰ ਤੁਸੀਂ ਨਾਲ ਜ਼ਰੂਰ ਸਾਥ ਜ਼ਰੂਰ ਦਿਓ ਇਸ ਗੱਲ ਦਾ ਕਿ ਮਿਸਟੇਕਸ ਜਿਹੜੀਆਂ ਰਹਿ ਗਈਆਂ ਨਾ ਆਪਾਂ ਕਿਵੇਂ ਨਾ ਕਿਵੇਂ ਦੂਰ ਕਰ ਲਾਂਗੇ ਉਸ ਨੂੰ। ਅਗਲੇ 10 ਇੱਕ ਦਿਨਾਂ ਦੇ ਵਿੱਚ ਇਹ ਮਿਸਟੇਕਸ ਆਪਾਂ ਦੂਰ ਕਰਾਂਗੇ ਜੀ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਬੋਲਣ ਕੌਸ਼ਲ ਦੀ ਸਿੱਖਿਆ। ਵੈਸੇ ਮੈਂ ਤੁਹਾਡੇ ਨਾਲ ਸਭ ਤੋਂ ਵੱਡੀ ਗੱਲ ਇੱਕ ਸਾਂਝੀ ਕਰਨਾ ਕਿ ਇਸ ਬੁੱਕ ਦਾ ਜਿਹੜਾ ਵਿਦਿਆਰਥੀਆਂ ਵੱਲੋਂ ਫੀਡਬੈਕ ਆਇਆ ਬਹੁਤ ਹੀ ਸ਼ਾਨਦਾਰ ਆਇਆ। ਮੈਨੂੰ ਇਸ ਗੱਲ ਦੀ ਖੁਸ਼ੀ ਹੈ। ਓਵਰਆਲ ਵਧੀਆ ਰਿਹਾ ਕੰਮ ਆਪਣਾ, ਕਿਉਂਕਿ ਆਪਾਂ ਦੇਖੋ ਜੀ ਐਵੇਂ ਤਾਂ ਹੈ ਨਹੀਂ ਵੀ ਬੁੱਕ ਛਾਪੀ ਵੇਚੀ ਅਤੇ ਭੱਜ ਲਏ, ਐਵੇਂ ਤਾਂ ਹੈ ਨਹੀਂ। ਆਹ ਦੇਖੋ ਜੀ ਤੁਹਾਡੇ ਸਾਹਮਣੇ ਖੜ੍ਹੇ ਆ, ਕੋਈ ਦਿੱਕਤ ਨਹੀਂ ਹੈ ਜੀ। ਤੁਸੀਂ ਚਾਹੋ ਤਾਂ ਡਾਂਟ ਸਕਦੇ ਹੋ, ਤੁਸੀਂ ਚਾਹੋ ਤਾਂ ਹਾਂ ਕੁਝ ਵੀ ਕਰ ਸਕਦੇ ਹੋ, ਠੀਕ ਹੈ। ਅੱਛਾ ਹੁਣ ਦੇਖੋ ਜੀ ਆਪਾਂ ਗੱਲ ਕਰਨੀ ਹੈ ਜੀ ਬੋਲਣ ਕੌਸ਼ਲ ਦੀ। 2 ਨੰਬਰ 'ਤੇ ਸਾਡਾ ਕੌਸ਼ਲ ਹੈ ਬੋਲਣ ਕੌਸ਼ਲ। ਇਸ ਨੂੰ ਮੌਖਿਕ ਕੌਸ਼ਲ ਜਾਂ ਪ੍ਰਗਟਾ ਕੌਸ਼ਲ ਦਾ ਨਾਮ ਵੀ ਕਿਹਾ ਜਾਂਦਾ ਹੈ। ਇਹਦਾ ਨਾਮ ਦੇਖੋ ਜੀ ਇੱਕ ਮੌਖਿਕ ਕੌਸ਼ਲ ਵੀ ਕਹਿ ਦਿੱਤਾ ਜਾਂਦਾ ਹੈ ਇਸ ਦਾ ਨਾਮ। ਜਦੋਂ ਗੱਲ ਕਹੇ ਵੀ ਮੌਖਿਕ ਕੌਸ਼ਲ ਉਦੋਂ ਤੁਸੀਂ ਕਹਿਣਾ ਜੀ ਹਾਂ ਇਹ ਬੋਲਣ ਕੌਸ਼ਲ ਦੀ ਗੱਲ ਹੋ ਰਹੀ ਹੈ। ਇਹ ਕਿਸ ਦਾ ਨਾਮ ਹੈ ਜੀ? ਪ੍ਰਗਟਾ ਕੌਸ਼ਲ। ਆਪਣੇ ਆਪ ਨੂੰ ਪ੍ਰਗਟ ਕਰਨਾ, ਆਪਣੇ ਵਿਚਾਰਾਂ ਨੂੰ ਦੂਜਿਆਂ ਦੇ ਸਾਹਮਣੇ ਪੇਸ਼ ਕਰਨਾ, ਪ੍ਰਗਟਾ ਕੌਸ਼ਲ ਇਹਦਾ ਨਾਮ ਹੈ ਜੀ। ਦੇਖੋ ਜੀ ਸਿੱਖਿਆ ਦੇ ਕੁਝ ਉਦੇਸ਼ ਨਿਰਧਾਰਿਤ ਕੀਤੇ ਗਏ ਹਨ। ਸਿੱਖਿਆ ਜਿਹੜੀ ਉਹ ਇੱਕ ਉਦੇਸ਼ਪੂਰਨ ਪ੍ਰਕਿਰਿਆ ਹੈ, ਉਦੇਸ਼ਿਆਪੂਰਨ ਪ੍ਰਕਿਰਿਆ ਹੈ। ਅਗਰ ਸਿੱਖਿਆ ਦੇ ਵਿੱਚ ਉਦੇਸ਼ ਨਹੀਂ ਹੈ ਤਾਂ ਵਿਵਹਾਰ ਪਰਿਵਰਤਨ ਨਹੀਂ ਹੋਵੇਗਾ। ਇਸ ਕਰਕੇ ਸਿੱਖਿਆ ਇੱਕ ਉਦੇਸ਼ਪੂਰਨ ਪ੍ਰਕਿਰਿਆ ਹੈ। ਸਿੱਖਿਆ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਉਦੇਸ਼ ਕੀ ਹੈ ਕਿ ਆਪਣੇ ਆਪ ਨੂੰ ਪ੍ਰਗਟਾਉਣ ਦਾ ਵਿਕਾਸ ਕਰਨਾ, ਸਵੈ ਪ੍ਰਗਟਾਵੇ ਦਾ ਵਿਕਾਸ ਕਰਨਾ ਹੈ ਨਾ। ਕਿਉਂਕਿ ਸਿੱਖਿਆ ਜਿਹੜੀ ਉਹ ਸਵੈ ਪ੍ਰਗਟਾਵੇ ਦਾ ਸਭ ਤੋਂ ਉੱਤਮ ਅਤੇ ਮਹੱਤਵਪੂਰਨ ਸਾਧਨ ਹੈ। ਇਸ ਕਰਕੇ ਸਿੱਖਿਆ ਦਾ ਉਦੇਸ਼ ਸਭ ਤੋਂ ਮਹੱਤਵਪੂਰਨ ਕੀ ਹੋਊਗਾ ਕਿ ਵਿਦਿਆਰਥੀ ਨੂੰ ਆਪਣੇ ਸਵੈ ਪ੍ਰਗਟਾ ਦੇ ਯੋਗ ਬਣਾਉਣਾ, ਉਸ ਨੂੰ ਉਸ ਦੇ ਸਵੈ ਪ੍ਰਗਟਾ ਵਿੱਚ ਕੁਸ਼ਲਤਾ, ਉਸ ਨੂੰ ਕੁਸ਼ਲ ਕਰ ਦੇਣਾ। ਸੋ ਇੱਥੇ ਕੀ ਹੈ ਦੇਖੋ ਜੀ, ਜਦੋਂ ਸਾਨੂੰ ਕਦੋਂ ਪਤਾ ਲੱਗੇਗਾ ਕਿ ਵਿਦਿਆਰਥੀ ਸਵੈ ਪ੍ਰਗਟਾ ਦੇ ਵਿੱਚ ਕੁਸ਼ਲ ਹੋ ਚੁੱਕਿਆ? ਉਹ ਜਦੋਂ ਵਿਦਿਆਰਥੀ ਬੋਲੇਗਾ।
ਆਪਣੇ ਆਪ ਨੂੰ ਪ੍ਰਗਟ ਕਰੇਗਾ। ਬੋਲਣ ਦਾ ਸੰਬੰਧ ਸਾਡੀ ਜ਼ਬਾਨ ਨਾਲ ਹੈ, ਜੀਭ ਨਾਲ ਹੈ। ਇਸ ਨੂੰ ਕਿਹਾ ਜਾਂਦਾ ਜੀ ਮੌਖਿਕ ਕੌਸ਼ਲ, ਜਾਂ ਇਸ ਦਾ ਦੂਸਰਾ ਨਾਮ ਪ੍ਰਗਟਾ ਕੌਸ਼ਲ ਵੀ ਕਹਿ ਦਿੱਤਾ ਜਾਂਦਾ ਹੈ। ਬੋਲਣ ਕੌਸ਼ਲ ਜਿਹਨੂੰ ਕਿਹਾ ਜਾਂਦਾ ਹੈ, ਇਹਦੇ ਬਾਰੇ ਆਪਾਂ ਗੱਲ ਕਰਨੀ ਹੈ ਜੀ। ਇਹਦੀਆਂ ਵਿਧੀਆਂ, ਇਹਦੇ ਮਹੱਤਵ, ਇਹਨਾਂ ਬਾਰੇ ਆਪਾਂ ਥੋੜ੍ਹੀਆਂ ਗੱਲਾਂ ਆਪਾਂ ਕਰਦੇ ਹਾਂ ਜੀ ਹੁਣੇ ਜਸਟ ਹੀ। ਦੇਖੋ ਜੀ, ਬੋਲਣ ਕੌਸ਼ਲ ਦੇ ਵਿੱਚ ਪਤਾ ਗੱਲ ਕੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਇਹਦਾ ਹੁਣ ਆਪਣੇ ਨਾਮ ਤੇ ਆਪਾਂ ਨੂੰ ਇਹਦੇ ਧਿਆਨ ਦੇ ਵਿੱਚ ਆ ਗਏ। ਸੋ ਮੈਂ ਸਭ ਤੋਂ ਵੱਡੀ ਗੱਲ ਕੀ ਹੈ ਕਿ ਦੇਖੋ ਜੀ, ਜਿਹੜਾ ਬੋਲ ਚਾਲ ਦਾ ਸਾਡਾ ਸਿਧਾਂਤ ਹੈ ਨਾ, ਕਿ ਵਿਦਿਆਰਥੀ ਨੂੰ ਕਲਾਸ ਦੇ ਵਿੱਚ ਵੱਧ ਤੋਂ ਵੱਧ ਬੋਲਣ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਹੈ। ਕਿਉਂਕਿ ਸਿੱਖਿਆ ਦੇ ਵਿੱਚ ਜਿਹੜਾ ਬੋਲ ਚਾਲ ਦਾ ਸਿਧਾਂਤ ਹੈ ਉਹ ਬਹੁਤ ਮਹੱਤਵ ਰੱਖਦਾ ਹੈ। ਜਿੰਨਾ ਚਿਰ ਤੱਕ ਅਸੀਂ ਕਿਸੇ ਭਾਸ਼ਾ ਨੂੰ ਬੋਲ ਚਾਲ ਦੇ ਰੂਪ ਵਿੱਚ ਵਰਤ ਰਹੇ ਹਾਂ, ਉਹਨਾਂ ਚਿਰ ਉਹ ਭਾਸ਼ਾ ਜਿੰਦਾ ਹੈ ਉਹਨਾਂ ਚਿਰ ਹੀ। ਅਗਰ ਦੇਖੋ ਅਸੀਂ ਬੋਲ ਚਾਲ ਦੇ ਵਿੱਚ ਜਦੋਂ ਉਸ ਦੀ ਵਰਤੋਂ ਕਰਨੀ ਛੱਡਤੀ, ਤਾਂ ਸਮਝ ਲਓ ਕਿ ਉਸ ਭਾਸ਼ਾ ਦਾ ਵਜੂਦ ਹੌਲੀ ਹੌਲੀ ਦੁਨੀਆ ਦੇ ਉੱਪਰੋਂ ਖਤਮ ਹੋ ਜਾਵੇਗਾ। ਇਸ ਕਰਕੇ ਭਾਸ਼ਾ ਦਾ ਬੋਲ ਚਾਲੀ ਰੂਪ ਹੈ ਜਿਹੜਾ, ਉਹ ਬੋਲਣ ਕੌਸ਼ਲ ਦੇ ਰਾਹੀਂ ਪ੍ਰਗਟ ਹੁੰਦਾ ਹੈ। ਜਦੋਂ ਇੱਕ ਵਿਦਿਆਰਥੀ ਭਾਸ਼ਾ ਨੂੰ ਬੋਲ ਚਾਲੀ ਰੂਪ ਵਿੱਚ ਵਰਤਦਾ ਹੈ, ਉਦੋਂ ਉਸ ਦੇ ਬੋਲਣ ਕੌਸ਼ਲ ਦਾ ਵਿਕਾਸ ਹੁੰਦਾ ਹੈ। ਠੀਕ ਹੈ ਜੀ। ਦੇਖੋ ਜੀ, ਹੁਣ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਕੀਤੀ ਸੀ ਪਹਿਲਾਂ, ਇੱਕ ਵਾਰੀ ਫਿਰ ਉਹਨੂੰ ਰਿਪੀਟ ਕਰ ਦੇਵਾਂ, ਕਿਉਂਕਿ ਮੈਨੂੰ ਲੱਗਦਾ ਕਿ ਉਹ ਗੱਲ ਹੈ ਜਿਹੜੀ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਉਹ ਗੱਲ ਇਹ ਹੈ ਕਿ ਦੇਖੋ ਜੀ, ਭਾਸ਼ਾ ਸਿੱਖਿਆ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਹੈ ਜਿਹੜਾ, ਭਾਸ਼ਾ ਸਿੱਖਿਆ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਹੈ ਵਿਦਿਆਰਥੀ ਦੇ ਸਵੈ ਪ੍ਰਗਟਾਵੇ ਦੀ ਸ਼ਕਤੀ ਦਾ ਵਿਕਾਸ ਕਰਨਾ। ਸਵੈ ਪ੍ਰਗਟਾ ਦਾ ਵਿਕਾਸ ਕਰਨਾ ਸਭ ਤੋਂ ਮਹੱਤਵਪੂਰਨ ਉਦੇਸ਼ ਹੈ। ਕਿਹੜਾ ਹੈ? ਸਵੈ ਪ੍ਰਗਟਾ ਦਾ ਵਿਕਾਸ ਕਰਨਾ ਹੈ ਜੀ। ਆਪਣੇ ਆਪ ਨੂੰ ਵਿਦਿਆਰਥੀ ਜਿੰਨਾ ਚਿਰ ਪ੍ਰਗਟ ਨਹੀਂ ਕਰੇਗਾ, ਉਹਨਾਂ ਚਿਰ ਅਸੀਂ ਦਾਅਵਾ ਨਹੀਂ ਕਰ ਸਕਦੇ ਕਿ ਇਹ ਵਿਦਿਆਰਥੀ ਹੈ ਜਿਹੜਾ ਉਹ ਭਾਸ਼ਾ ਸਿੱਖ ਰਿਹਾ ਹੈ ਜਾਂ ਭਾਸ਼ਾ ਦੇ ਵਿਕਾਸ ਵੱਲ ਵਧ ਰਿਹਾ ਹੈ। ਇਸ ਗੱਲ ਦਾ ਆਪਾਂ ਨੂੰ ਕਦੋਂ ਪਤਾ ਲੱਗੇਗਾ? ਜਦੋਂ ਵਿਦਿਆਰਥੀ ਆਪਣੇ ਆਪ ਨੂੰ ਪ੍ਰਗਟ ਕਰੇਗਾ, ਭਾਸ਼ਾ ਦੇ ਬੋਲਚਾਲੀ ਰੂਪ ਦੀ ਵਰਤੋਂ ਕਰੇਗਾ, ਭਾਸ਼ਾ ਦੇ ਮੌਖਿਕ ਰੂਪ ਨੂੰ ਵਰਤੇਗਾ, ਹੈ ਨਾ। ਜਦੋਂ ਵਿਦਿਆਰਥੀ ਧੁਨੀਆਂ ਨੂੰ ਸੁਣੇਗਾ, ਉਸ ਤੋਂ ਉਪਰੰਤ ਉਸ ਨੂੰ ਵਾਕਾਂ ਦੇ ਰੂਪ ਵਿੱਚ ਬੋਲਣਾ ਜਦੋਂ ਸ਼ੁਰੂ ਕਰੇਗਾ, ਜਦੋਂ ਛੋਟਾ ਬੱਚਾ, ਉਦੋਂ ਸਾਨੂੰ ਪਤਾ ਲੱਗੇਗਾ ਕਿ ਹੁਣ ਇਸ ਬੱਚੇ ਦੇ ਅੰਦਰ ਭਾਸ਼ਾ ਦੇ ਬੋਲਚਾਲੀ ਰੂਪ ਦਾ, ਭਾਸ਼ਾ ਦੇ ਮੌਖਿਕ ਰੂਪ ਦਾ ਵਿਕਾਸ ਹੋਣ ਲੱਗ ਗਿਆ ਹੈ। ਸੋ ਭਾਸ਼ਾ ਸਿੱਖਿਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਮਹੱਤਵਪੂਰਨ ਉਦੇਸ਼ ਉਹ ਕੀ ਹੈ ਜੀ? ਉਹ ਹੈਗਾ ਸਵੈ ਪ੍ਰਗਟਾ ਦਾ ਵਿਕਾਸ ਕਰਨਾ। ਜਦੋਂ ਬੱਚੇ ਦੇ ਅੰਦਰ ਕਲਾਸ ਦੇ ਵਿੱਚ ਸਵੈ ਪ੍ਰਗਟਾ ਦਾ ਵਿਕਾਸ ਹੋ ਗਿਆ, ਜਦੋਂ ਬੱਚਾ ਆਪਣੇ ਆਪ ਨੂੰ ਪ੍ਰਗਟ ਕਰਨ ਲੱਗ ਗਿਆ, ਆਪਣੇ ਵਿਚਾਰਾਂ ਅਤੇ ਭਾਵਾਂ ਨੂੰ ਬੋਲਚਾਲ ਰੂਪ ਦੇ ਵਿੱਚ ਵਿਦਿਆਰਥੀ ਅਤੇ ਗੁਰੂ ਜੀ ਦੇ ਸਾਹਮਣੇ ਜਦੋਂ ਪ੍ਰਗਟ ਕਰਨ ਲੱਗ ਗਿਆ, ਉਸੋ ਸਮਝ ਲਿਓ ਕਿ ਬੱਚੇ ਦੇ ਸਵੈ ਪ੍ਰਗਟਾ ਦਾ ਵਿਕਾਸ ਹੋ ਰਿਹਾ। ਅਤੇ ਜਦੋਂ ਆਪਾਂ ਸਿੱਖਿਆ ਦਾ ਜਿਹੜਾ ਸਭ ਤੋਂ ਮਹੱਤਵਪੂਰਨ ਉਦੇਸ਼ ਸੀਗਾ ਵਿਵਹਾਰ ਪਰਿਵਰਤਨ, ਉਹ ਹੋ ਰਿਹਾ ਹੈ ਜੀ। ਵਿਵਹਾਰ ਪਰਿਵਰਤਨ, ਕਿਉਂਕਿ ਦੇਖੋ ਜੀ, ਉਦੇਸ਼ ਹੈ ਜਿਹੜੇ ਉਹ ਪੂਰਵ ਨਿਰਧਾਰਿਤ ਨਿਸ਼ਾਨੇ ਹੁੰਦੇ ਹਨ। ਉਦੇਸ਼ ਰਹਿਤ ਕਿਰਿਆ ਕੋਈ ਕਿਰਿਆ ਨਹੀਂ ਹੋ ਸਕਦੀ। ਉਦੇਸ਼ ਰਹਿਤ ਜਦੋਂ ਕੋਈ ਕਿਰਿਆ ਹੈ, ਉਦੋਂ ਅਸੀਂ ਉਸ ਉਦੇਸ਼ ਰਹਿਤ ਕਿਰਿਆ ਤੋਂ ਵਿਵਹਾਰ ਪਰਿਵਰਤਨ ਦੀ ਉਮੀਦ ਨਹੀਂ ਕਰ ਸਕਦੇ। ਜਿੰਨਾ ਚਿਰ ਕਿਸੇ ਕਿਰਿਆ ਦੇ ਵਿੱਚ ਉਦੇਸ਼ ਨਹੀਂ ਹੈ, ਬਿਨਾਂ ਉਦੇਸ਼ ਤੋਂ ਕੀਤੀ ਹੋਈ ਕਿਰਿਆ ਜਿਹੜੀ ਉਹ ਕਿਸੇ ਕੰਮ ਨਹੀਂ ਆਉਂਦੀ। ਇਸ ਕਰਕੇ ਸਵੈ ਪ੍ਰਗਟਾ ਦਾ ਵਿਕਾਸ ਜਦੋਂ ਹੋਵੇਗਾ, ਉਦੋਂ ਸਾਨੂੰ ਪਤਾ ਲੱਗੇਗਾ ਕਿ ਹੁਣ ਬੱਚੇ ਦੇ ਵਿਵਹਾਰ ਦੇ ਵਿੱਚ ਪਰਿਵਰਤਨ ਹੋ ਰਿਹਾ ਹੈ। ਵਿਵਹਾਰ ਦੇ ਵਿੱਚ ਹੋ ਰਿਹਾ ਜੀ ਪਰਿਵਰਤਨ, ਅਤੇ ਉਸ ਚੀਜ਼ ਦਾ ਆਪਾਂ ਮੁਲਾਂਕਣ ਕਰ ਸਕਦੇ ਹਾਂ। ਇਹ ਹੈ ਜੀ ਸਾਡੇ ਬੋਲਣ ਕੌਸ਼ਲ ਦੇ ਬਾਰੇ ਕੁਝ ਮਹੱਤਵਪੂਰਨ ਗੱਲਾਂ, ਬੁਨਿਆਦੀ ਗੱਲਾਂ। ਹਾਂਜੀ, ਬੋਲਣ ਕੌਸ਼ਲ ਦਾ ਦੇਖੋ ਜੀ ਮਹੱਤਵ ਬਹੁਤ ਜ਼ਿਆਦਾ ਹੈ ਜੀ ਸਾਡੇ। ਇਹਦੇ ਨਾਲ ਗੱਲ ਕਰਨ ਤੋਂ ਪਹਿਲਾਂ ਨਾ ਦੇਖੋ ਇੱਕ ਗੱਲ ਹੋਰ ਧਿਆਨ ਨਾਲ ਸੁਣ ਲਓ ਕਿ ਜਿਹੜੀ ਟੈਸਟ ਸੀਰੀਜ਼ ਦੀ ਗੱਲ ਨਾ ਵਾਰ-ਵਾਰ ਚੱਲ ਰਹੀ ਹੈ। ਦੇਖੋ ਜੀ, ਆਪਾਂ ਸਭ ਤੋਂ ਪਹਿਲਾਂ ਬਹੁਤ ਸਾਰੇ ਵਿਦਿਆਰਥੀ ਇਹੋ ਜਿਹੇ ਨੇ ਜਿਹੜੇ ਪਹਿਲੀ ਵਾਰ ਪੰਜਾਬੀ ਜਿਨ੍ਹਾਂ ਨੇ ਰੱਖੀ ਹੈ ਲੈਂਗੁਏਜ, ਚਾਹੇ ਉਹਨਾਂ ਨੇ ਫਸਟ ਰੱਖੀ ਹੈ, ਚਾਹੇ ਲੈਂਗੁਏਜ ਰੱਖੀ ਹੈ ਸੈਕਿੰਡ, ਕੋਈ ਦਿੱਕਤ ਨਹੀਂ ਹੈ। ਪਰ ਦਿੱਕਤ ਉਹਨਾਂ ਨੂੰ ਕੀ ਹੈ ਕਿ ਉਹਨਾਂ ਕੋਲ ਥਿਓਰੀ ਨਹੀਂ ਹੈ। ਸੋ ਥਿਓਰੀ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ। ਇਸੇ ਕਰਕੇ ਹੀ ਮੈਂ ਸਭ ਤੋਂ ਪਹਿਲਾਂ ਥਿਓਰੀ ਦਾ ਮੇਰਾ ਮਤਲਬ ਹੈ ਕਿ ਦੇਖੋ ਆਪਾਂ ਸਾਰੇ ਹੋ ਸਕਦਾ ਟੌਪਿਕ ਆਪਾਂ ਨਾ ਕਰੀਏ, ਪਰ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਐਗਜ਼ਾਮ ਦੀ ਦ੍ਰਿਸ਼ਟੀ ਤੋਂ, ਹਰ ਵਾਰ ਜਿਨ੍ਹਾਂ ਦੇ ਵਿੱਚੋਂ ਪ੍ਰਸ਼ਨ ਪੁੱਛਿਆ ਜਾਂਦਾ ਹੈ, ਉਹਨਾਂ ਟੌਪਿਕ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਜੇਕਰ ਤੁਸੀਂ ਭਾਵੇਂ ਕਿੰਨਾ ਵੀ ਪੜ੍ਹ ਲਿਆ ਹੋਵੇ, ਪਰ ਮੈਨੂੰ ਇੰਨਾ ਪਤਾ ਹੈ ਕਿ ਮੇਰੀ ਕਲਾਸ ਦੇ ਵਿੱਚੋਂ ਕੋਈ ਨਵੀਂ ਚੀਜ਼ ਤੁਸੀਂ ਜ਼ਰੂਰ ਸਿੱਖਦੇ ਹੋ।
ਤੇ ਮੈਂ ਕੋਈ ਵੀ ਗੱਲ ਹੈ ਜਿਹੜੀ ਉਹ ਤੁਹਾਨੂੰ ਫालतू ਕਰਵਾਉਂਦਾ ਹੀ ਨਹੀਂ ਗਾ। ਇਸੇ ਕਰਕੇ ਮੈਂ ਕਹਿ ਦਿੰਦਾ ਵੀ ਗੱਲ ਉਹੀ ਕਰਵਾਵਾਂ ਜਿਹਦੇ ਵਿੱਚੋਂ ਕੱਲ ਨੂੰ ਆਪਾਂ ਟੈਸਟ ਸੀਰੀਜ਼ ਜਦੋਂ ਸ਼ੁਰੂ ਕਰਨੀ ਹੈ ਤੇ ਉਹ ਆਪਾਂ ਇਹਦੇ ਵਿੱਚੋਂ ਹੀ ਬਸ ਕੰਮ ਕਰ ਸਕੀਏ। ਇਸੇ ਕਰਕੇ ਉਨੀ ਕੰਮ ਦੀ ਗੱਲ ਤੁਹਾਨੂੰ ਕਰਵਾਈ ਦੀ ਹੈ, ਉਦੋਂ ਵੱਧ ਜਾਂ ਘੱਟ ਬਿਲਕੁਲ ਨਹੀਂ ਕਰਵਾਈ ਦੀ ਆਪਾਂ। ਬਿਲਕੁਲ ਤੁਹਾਡੇ ਕੰਮ ਦੀ ਗੱਲ ਜੋ ਹੁੰਦੀ ਹੈ ਉਹ ਹੀ ਕਰਵਾਈ ਦੀ ਹੈ। ਸੋ ਟੈਸਟ ਸੀਰੀਜ਼ ਵੀ ਕਰਾਂਗੇ, ਨਾਲ ਨਾਲ ਜਿਹੜੇ ਪੁਰਾਣੇ ਪੇਪਰ ਹੈ ਨਾ ਉਹਨਾਂ ਦੀ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਉਹਨਾਂ ਦੀ ਵੀ ਵੀਡੀਓ ਰਿਕਾਰਡ ਕਰਕੇ ਤੇ ਤੁਹਾਡੇ ਤੱਕ ਪਹੁੰਚਾ ਸਕਾਂ। ਕਿਉਂਕਿ ਦੇਖੋ ਕਿਤਾਬ ਦੇ ਵਿੱਚ ਮੈਂ ਵੇਖਿਆ ਕਿ ਜੋ ਗਾਈਡ ਦੇ ਵਿੱਚ ਮਗਰ ਆਪਸ਼ਨ ਲਾਏ ਨੇ ਉਹ ਕਿਤੇ ਨਾ ਕਿਤੇ ਗਲਤ ਲੱਗੇ ਹੋਏ ਨੇ, ਕੁਝ ਇੱਕ ਜਾਂ ਸਾਰੇ ਨਹੀਂ, ਕੁਝ ਇੱਕ ਗਲਤ ਲੱਗੇ ਨੇ, ਉਹਨਾਂ ਨੂੰ ਸਹੀ ਕਰਨਾ ਜਿਹੜੀ ਉਹ ਮੇਰੀ ਖੁਦ ਦੀ ਜ਼ਿੰਮੇਵਾਰੀ ਹੈ। ਅਗਰ ਤੁਹਾਡੇ ਕੋਲ ਆਨਸਰ ਕੀ ਹੈ ਤਾਂ ਤੁਸੀਂ ਵਧੀਆ ਗੱਲ ਹੈ, ਤੁਸੀਂ ਉਸ ਨੂੰ ਦਰੁਸਤ ਕਰ ਸਕਦੇ ਹੋ। ਇਨ ਕੇਸ ਮੰਨ ਲਓ ਨਹੀਂ ਹੈ ਤਾਂ ਕੋਈ ਗੱਲ ਨਹੀਂ, ਮੈਂ ਆਪ ਕਰਵਾ ਦਿਆਂਗਾ ਤੁਹਾਨੂੰ। ਇਸ ਕਰਕੇ ਇਸ ਚੀਜ਼ ਨੂੰ ਥੋੜ੍ਹਾ ਗਲਤ ਨਾ ਪੜ੍ਹ ਲਿਓ। ਸੋ ਰਿਕੁਐਸਟ ਹੈ ਮੇਰੀ ਤੁਹਾਡੇ ਸਾਹਮਣੇ, ਥੋੜ੍ਹਾ ਜਿਹਾ ਮਤਲਬ ਬਸ ਕਮਿਊਨੀਕੇਸ਼ਨ ਕਰੋ, ਜ਼ਰੂਰੀ ਹੈ ਥੋੜ੍ਹਾ ਜਿਹਾ। ਬੋਲਣ ਕੌਸ਼ਲ ਦਾ ਦੇਖੋ ਜੀ ਮਹੱਤਵ ਬਹੁਤ ਜ਼ਿਆਦਾ ਹੈ। ਮੈਂ ਤਾਂ ਕਹਿੰਦਾ ਵੀ ਮਹੱਤਵ ਹੀ ਬੋਲਣ ਕੌਸ਼ਲ ਦਾ। ਸੋਚੋ ਜੇ ਤੁਸੀਂ ਨਾ ਬੋਲਦੇ ਹੁੰਦੇ ਤਾਂ ਕੀ ਹਾਲ ਹੁੰਦਾ। ਹਰ ਗੱਲ ਪਰਚੀ 'ਤੇ ਲਿਖ ਕੇ ਕਿਸੇ ਨੂੰ ਕਹਿਣੀ ਹੁੰਦੀ ਤੇ ਸਦੀਆਂ ਲੱਗ ਜਾਣੀਆਂ ਸੀ ਆਪਣੀ ਗੱਲ ਕਹਿਣ 'ਤੇ, ਪ੍ਰਪੋਜ਼ ਕਰਨ 'ਤੇ ਸਦੀਆਂ ਹੀ ਲੱਗ ਜਾਇਆ ਕਰਨੀਆਂ ਸੀ। ਬੋਲਣ ਕੌਸ਼ਲ ਦਾ ਮਹੱਤਵ ਕੀ ਹੈ ਜੀ? ਦੈਨਿਕ ਜੀਵਨ ਦੇ ਸਾਰੇ ਕਾਰਜ ਆਪਾਂ ਬੋਲਣ ਦੇ ਕੌਸ਼ਲ ਦੇ ਵਿੱਚ ਕਰਦੇ ਹਾਂ ਜੀ। ਬੋਲ ਕੇ ਹੀ ਕਰਦੇ ਹਾਂ ਜੀ ਸਾਰੇ ਕੰਮ, ਹੈ ਨਾ। ਜਦੋਂ ਆਪਾਂ ਘਰੇ ਆਪਾਂ ਮੰਮੀ ਦੀ ਡਾਂਟ ਖਾਂਦੇ ਹਾਂ ਉਦੋਂ ਮੰਮੀ ਬੋਲ ਕੇ ਆਪਾਂ ਨੂੰ ਡਾਂਟ ਮਾਰਦੀ ਹੈ। ਜਦੋਂ ਆਪਾਂ ਡੈਡੀ ਤੋਂ ਆਪਣੇ ਤੋਂ ਡਾਂਟ ਖਾਂਦੇ ਹਾਂ, ਹੈ ਨਾ, ਜਦੋਂ ਆਪਾਂ ਕਿਸੇ ਨੂੰ ਡਾਂਟਦੇ ਹਾਂ ਆਪ ਤੇ ਉਦੋਂ ਵੀ ਆਪਾਂ ਬੋਲ ਕੇ। ਸੋ ਦੈਨਿਕ ਜੀਵਨ ਦੇ ਕਾਰਜ, ਦੈਨਿਕ ਜੀਵਨ ਦੇ ਸਾਰੇ ਆਦੇਸ਼ ਨਿਰਦੇਸ਼ ਸਾਰੇ ਦਿਨ ਦੇ ਵਿੱਚ ਮੈਂ ਤੁਹਾਨੂੰ ਪੜ੍ਹਾ ਰਿਹਾ ਤੇ ਇਹ ਬੋਲਣ ਕੌਸ਼ਲ ਦੇ ਰੂਪ ਵਿੱਚ ਹੀ ਪੜ੍ਹਾਈ ਜਾਂਦਾ ਜੀ। ਦੇਖੋ, ਨਹੀਂ ਤਾਂ ਦੂਜਾ ਕੋਈ ਜ਼ਰੀਆ ਨਹੀਂ ਹੈ ਤੁਹਾਨੂੰ ਪੜ੍ਹਾਉਣ ਦਾ। ਸੋ ਵਿਚਾਰਾਂ ਦਾ ਆਦਾਨ ਪ੍ਰਦਾਨ ਜਦੋਂ ਆਪਾਂ ਕਰਦੇ ਹਾਂ ਸੋ ਉਹ ਬੋਲਣ ਕੌਸ਼ਲ ਦੇ ਵਿੱਚ ਹੀ ਹੋਵੇਗਾ, ਉਸ ਤੋਂ ਬਿਨਾਂ ਹੋਰ ਕੋਈ ਤਰੀਕਾ ਨਹੀਂ ਹੈ। ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦਾ ਤਰੀਕਾ ਤਾਂ ਹੈਗਾ, ਲਿਖ ਕੇ ਆਪਾਂ ਆਪਣੇ ਵਿਚਾਰਾਂ ਦਾ ਲਿਖ ਕੇ ਜਾਂ ਪੜ੍ਹ ਕੇ ਵੀ ਕਰ ਸਕਦੇ ਹਾਂ, ਪਰ ਉਹਦੇ ਵਿੱਚ ਦੇਖੋ ਜੀ ਉਹ ਉਹਦੇ ਵਿੱਚ ਸਮਾਂ ਅਤੇ ਕਿੰਨਾ ਕੀ ਕੁਛ ਬਰਬਾਦ ਹੋਊਗਾ ਤੁਸੀਂ ਸੋਚ ਨਹੀਂ ਸਕਦੇ। ਪਰ ਬੋਲਣ ਕੌਸ਼ਲ ਦੇ ਵਿੱਚ ਕੋਈ ਦਿੱਕਤ ਨਹੀਂ ਹੈ, ਮੂੰਹ ਫੱਟ ਹੋਣਾ ਚਾਹੀਦਾ, ਬੰਦਾ ਝੱਟ ਹੀ ਆਪਣੀ ਗੱਲ ਨੂੰ ਕਹਿ ਸਕਦਾ। ਭਾਸ਼ਾ ਸਿੱਖਿਆ ਦਾ ਆਰੰਭ ਮੌਖਿਕ ਕਾਰਜ ਦਾ ਮੌਖਿਕ ਪ੍ਰਗਟਾ ਤੋਂ ਹੁੰਦਾ ਹੈ ਜੀ। ਸਭ ਤੋਂ ਇੰਪੋਰਟੈਂਟ ਲਾਈਨ ਹੈ ਜੀ ਭਾਸ਼ਾ ਸਿੱਖਿਆ ਦੇ ਵਿੱਚ, ਇਹ ਗੱਲ ਇੰਪੋਰਟੈਂਟ ਹੈ ਜੀ। ਸੁਣਨ ਕੌਸ਼ਲ ਦੇ ਵਿੱਚ ਨਾ ਆਪਾਂ ਇੱਕ ਗੱਲ ਪੜ੍ਹੀ ਸੀ ਕਿ ਭਾਸ਼ਾ ਸਿੱਖਿਆ ਦਾ ਜਿਹੜਾ ਭਾਸ਼ਾ ਸਿੱਖਿਆ ਦੇ ਵਿੱਚ ਸਭ ਤੋਂ ਪਹਿਲੀ ਕਿਰਿਆ ਕੀ ਹੁੰਦੀ ਹੈ? ਬੋਲਣਾ, ਸੁਣਨਾ ਅਤੇ ਸਮਝਣਾ। ਇਹੀ ਹੁੰਦੀ ਹੈ ਨਾ ਜੀ ਜਿਹੜਾ ਸਭ ਤੋਂ ਪਹਿਲਾਂ ਆਪਣਾ ਕਾਰਜ, ਜਿਹੜਾ ਸਭ ਤੋਂ ਪਹਿਲੀ ਕਿਰਿਆ ਕੀ ਸੀ ਭਾਸ਼ਾ ਸਿੱਖਿਆ ਦੀ। ਪਰ ਭਾਸ਼ਾ ਸਿੱਖਿਆ ਦਾ ਆਰੰਭ ਹੈ ਜਿਹੜਾ ਉਹ ਹੁੰਦਾ ਜੀ ਮੌਖਿਕ ਕਾਰਜ, ਭਾਵ ਮੌਖਿਕ ਪ੍ਰਗਟਾ ਤੋਂ ਹੁੰਦਾ ਹੈ। ਕਿਉਂ? ਇਸ ਗੱਲ ਦਾ ਸੁਣ ਲਓ ਵੀ ਭਾਸ਼ਾ ਸਿੱਖਿਆ ਜਿਹੜੀ ਕਿਵੇਂ ਪਤਾ ਲੱਗੂਗੀ ਸਾਨੂੰ ਕਿ ਬੱਚੇ ਦੇ ਅੰਦਰ ਭਾਸ਼ਾ ਸਿੱਖਿਆ ਆਰੰਭ ਹੋ ਚੁੱਕੀ ਹੈ? ਇਸ ਗੱਲ ਦਾ ਉਦੋਂ ਪਤਾ ਲੱਗੇਗਾ ਜਦੋਂ ਬੱਚਾ ਬੋਲਣ ਕੌਸ਼ਲ ਦੇ ਰੂਪ ਵਿੱਚ ਆਪਣੇ ਆਪ ਨੂੰ ਬੋਲਚਾਲ ਬੋਲ ਕੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰੇਗਾ। ਉਦੋਂ ਅਸੀਂ ਰਿਅਲਾਈਜ਼ ਕਰਾਂਗੇ ਕਿ ਠੀਕ ਹੈ ਜੀ, ਹੁਣ ਬੱਚੇ ਦੇ ਅੰਦਰ ਭਾਸ਼ਾ ਸਿੱਖਿਆ ਦਾ ਪ੍ਰਾਰੰਭ ਸ਼ੁਰੂ ਹੋ ਗਿਆ ਜੀ। ਭਾਸ਼ਾ ਦਾ ਦੇਖੋ ਜੀ ਅਸਲੀ ਰੂਪ ਮੌਖਿਕ ਹੈ। ਅਸਲੀ ਤੋਂ ਭਾਵ ਐਵੇਂ ਨਹੀਂ ਵੀ ਇੱਕ ਰੂਪ ਅਸਲੀ ਹੈ ਦੂਜਾ ਨਕਲੀ ਹੈ, ਅਜਿਹਾ ਨਹੀਂ ਹੈ। ਭਾਸ਼ਾ ਦਾ ਅਸਲੀ ਰੂਪ ਜਾਂ ਮੁੱਖ ਰੂਪ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਾਂ ਮੇਨ ਰੂਪ ਜਿਵੇਂ, ਉਹ ਹੈਗਾ ਜੀ ਮੌਖਿਕ ਰੂਪ। ਲਿਖਿਤ ਰੂਪ ਹੈ ਜਿਹੜਾ ਦੂਸਰਾ, ਉਹ ਭਾਸ਼ਾ ਦੇ ਮੌਖਿਕ ਰੂਪ ਤੋਂ ਬਹੁਤ ਬਾਅਦ ਵਿੱਚ ਇਸ ਦਾ ਵਿਕਾਸ ਹੁੰਦਾ ਹੈ। ਸੋ ਲਿਖਿਤ ਰੂਪ ਦਾ ਆਧਾਰ ਕਿਹੜਾ ਹੈ ਭਾਸ਼ਾ ਦਾ ਮੌਖਿਕ ਰੂਪ ਹੈ। ਬੋਲਚਾਲ ਦੁਆਰਾ ਦੇਖੋ ਜੀ ਭਾਸ਼ਾ ਦਾ ਪ੍ਰਤੱਖ ਗਿਆਨ ਪ੍ਰਦਾਨ ਹੁੰਦਾ ਹੈ। ਜਦੋਂ ਆਪਾਂ ਕਿਸੇ ਨੂੰ ਬੋਲਚਾਲ ਦੇ, ਜਦੋਂ ਆਪਾਂ ਭਾਸ਼ਾ ਸਿੱਖਿਆ ਦੇ ਸਿਧਾਂਤ ਪੜ੍ਹੇ ਸੀ ਉਦੋਂ ਆਪਾਂ ਇੱਕ ਸਿਧਾਂਤ ਪੜ੍ਹਿਆ ਸੀ ਬੋਲਚਾਲ ਦਾ ਸਿਧਾਂਤ। ਬੋਲਚਾਲ ਦੇ ਸਿਧਾਂਤ ਦੇ ਵਿੱਚ ਇਹ ਗੱਲ ਸੀ ਕਿ ਭਾਸ਼ਾ ਦਾ ਜੇਕਰ ਤੁਸੀਂ ਪ੍ਰਤੱਖ ਗਿਆਨ ਪ੍ਰਾਪਤ ਕਰਨਾ ਹੈ ਤਾਂ ਉਹਦੇ ਵਾਸਤੇ ਭਾਸ਼ਾ ਦੇ ਬੋਲਚਾਲੀ ਰੂਪ ਨੂੰ ਅਪਣਾਉਣਾ ਪਵੇਗਾ। ਭਾਸ਼ਾ ਦੇ ਬੋਲਚਾਲੀ ਰੂਪ ਦਾ ਮਤਲਬ ਕੀ ਹੈ? ਬੋਲਣ ਕੌਸ਼ਲ। ਭਾਸ਼ਾ ਦਾ ਅਸਲੀ ਰੂਪ ਸਾਡੇ ਸਾਹਮਣੇ ਆਉਂਦਾ ਹੈ। ਭਾਸ਼ਾ ਦਾ ਅਸਲੀ ਰੂਪ ਕਿਹੜਾ ਜੀ? ਮੌਖਿਕ ਰੂਪ, ਧੁਨੀਆਤਮਕ ਰੂਪ। ਮੌਖਿਕ ਰੂਪ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਧੁਨੀਆਤਮਕ ਰੂਪ ਹੈ ਜੀ ਇਹ ਭਾਸ਼ਾ ਦਾ। ਧੁਨੀਆਤਮਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਉਚਰਿਤ ਰੂਪ, ਇਹ ਹੈ ਜੀ ਸਾਡਾ। ਇਹ ਸਾਡੇ ਸਾਹਮਣੇ ਕਦੋਂ ਆਉਂਦਾ ਹੈ? ਭਾਸ਼ਾ ਦਾ ਮੌਖਿਕ ਰੂਪ, ਭਾਸ਼ਾ ਦਾ ਧੁਨੀਆਤਮਕ, ਭਾਸ਼ਾ ਦਾ ਉਚਰਿਤ ਰੂਪ ਸਾਡੇ ਸਾਹਮਣੇ ਕਦੋਂ ਉੱਭਰ ਕੇ ਆਉਂਦਾ ਹੈ? ਜਦੋਂ ਅਸੀਂ ਬੋਲਣ ਕੌਸ਼ਲ ਦੇ ਰੂਪ ਵਿੱਚ ਭਾਸ਼ਾ ਦੀ ਵਰਤੋਂ ਕਰਦੇ ਹਾਂ। ਜਦੋਂ ਆਪਾਂ ਭਾਸ਼ਾ ਦੇ ਬੋਲਚਾਲੀ ਰੂਪ ਦੀ ਵਰਤੋਂ ਕਰਦੇ ਹਾਂ ਉਦੋਂ ਸਾਡੇ ਸਾਹਮਣੇ ਭਾਸ਼ਾ ਦਾ ਅਸਲੀ ਰੂਪ ਸਾਡੇ ਸਾਹਮਣੇ ਆਉਂਦਾ ਹੈ। ਉਦੋਂ ਅਸੀਂ ਭਾਸ਼ਾ ਦੇ ਅਸਲੀ ਰੂਪ ਦੀ ਵਰਤੋਂ ਕਰ ਰਹੇ ਹੁੰਦੇ ਹਾਂ। ਇਹ ਹੈ ਜੀ ਬੋਲਣ ਕੌਸ਼ਲ ਦਾ ਮਹੱਤਵ।
हाँ जी, ਹੁਣ ਆਪਾਂ ਗੱਲ ਕਰਨੀ ਹੈ ਜੀ ਆਦਰਸ਼ ਵਾਰਤਾਲਾਪ ਜਾਂ ਆਦਰਸ਼ ਬੋਲਚਾਲ ਦੇ ਗੁਣ ਜਾਂ ਵਿਸ਼ੇਸ਼ਤਾਵਾਂ ਕੀ ਹੈ ਜੀ। ਦੇਖੋ ਜੀ, ਇੱਕ ਤਾਂ ਹੁੰਦਾ ਵੈਸੇ ਬੋਲਚਾਲ, ਇੱਕ ਹੁੰਦਾ ਆਦਰਸ਼ ਬੋਲਚਾਲ। ਆਦਰਸ਼ ਬੋਲਚਾਲ ਜਦੋਂ ਅਧਿਆਪਕ ਆਪ ਜਦੋਂ ਬੋਲਦਾ ਹੈ ਉਹਨੂੰ ਕਿਹਾ ਜਾਂਦਾ ਹੈ ਜੀ ਆਦਰਸ਼ ਬੋਲਚਾਲ। ਜਦੋਂ ਅਧਿਆਪਕ ਆਪ ਬੋਲੇਗਾ ਜਮਾਤ ਦੇ ਵਿੱਚ ਤਾਂ ਉਹ ਬੋਲਚਾਲ ਦੇ ਆਦਰਸ਼ ਰੂਪ ਦੀ ਵਰਤੋਂ ਕਰੇਗਾ। ਕਿਉਂ? ਕਿਉਂਕਿ ਅਧਿਆਪਕ ਵਿਦਿਆਰਥੀਆਂ ਵਾਸਤੇ ਇੱਕ ਉੱਤਮ ਨਮੂਨਾ ਹੈ। ਮਤਲਬ ਨਮੂਨਾ ਉਹ ਨਹੀਂ ਜਿਹੜਾ ਨਮੂਨਾ ਹੁੰਦਾ, ਉਹ ਨਮੂਨਾ ਨਹੀਂ ਕਹਿਣ ਦਾ ਮਤਲਬ ਇੱਕ ਉੱਤਮ ਮਾਡਲ ਹੈ ਜਿਹਦੀ ਵਿਦਿਆਰਥੀਆਂ ਨੇ ਜਿਸ ਦੀ ਨਕਲ ਕਰਨੀ ਹੁੰਦੀ ਹੈ, ਜਿਸ ਦਾ ਅਨੁਕਰਨ ਕਰਨਾ ਹੁੰਦਾ ਹੈ। ਇਸ ਕਰਕੇ ਅਧਿਆਪਕ ਦਾ ਇਹ ਫਰਜ਼ ਹੈ ਕਿ ਉਹ ਵਾਰਤਾਲਾਪ ਕਰਦੇ ਸਮੇਂ ਆਦਰਸ਼ ਬੋਲਚਾਲ ਦੇ ਗੁਣਾਂ ਨੂੰ ਧਿਆਨ ਦੇ ਵਿੱਚ ਰੱਖੇ। ਉਸ ਦੀਆਂ ਕੁਝ ਗੁਣ ਤੇ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਜੀ। ਵੀ ਆਦਰਸ਼ ਬੋਲਚਾਲ ਹੁੰਦਾ ਕਿਵੇਂ ਦਾ ਐਕਚੁਅਲੀ ਦੇ ਵਿੱਚ, ਵੀ ਪਤਾ ਤਾਂ ਲੱਗੇ ਆਪਾਂ ਨੂੰ ਵੀ ਇਹ ਬੜਾ ਕੀ ਹੈ ਆਦਰਸ਼ ਬੋਲਚਾਲ। ਵੀ ਇੱਕ ਤਾਂ ਆਪਾਂ ਘਰੇ ਗੱਲਬਾਤ ਕਰਦੇ ਹਾਂ, ਇੱਕ ਆਪਾਂ ਜਿਹੜੀ ਮਤਲਬ ਜਦੋਂ ਆਪਾਂ ਸਕੂਲ ਦੇ ਵਿੱਚ ਜਮਾਤ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਜਦੋਂ ਸੰਵਾਦ ਕਰਦੇ ਹਾਂ, ਉਹਨਾਂ ਦੇ ਨਾਲ ਜਦੋਂ ਕਮਿਊਨੀਕੇਸ਼ਨ ਕਰਦੇ ਹਾਂ, ਉਦੋਂ ਇੱਕ ਅਧਿਆਪਕ ਆਦਰਸ਼ ਵਾਰਤਾਲਾਪ ਦੀ ਵਰਤੋਂ ਕਰਦਾ ਹੈ। ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਾ ਉਹ? ਸਭ ਤੋਂ ਪਹਿਲਾਂ ਹੈ ਜੀ ਸ਼ੁੱਧਤਾ। ਭਾਸ਼ਾ ਦਾ ਅਰਥ ਵਿਆਕਰਣ ਅਤੇ ਉਚਾਰਨ ਦੀ ਦ੍ਰਿਸ਼ਟੀ ਤੋਂ ਸ਼ੁੱਧ ਹੋਣਾ। ਜੇ ਪੁੱਛ ਲਵੇਂ ਕਿ ਭਾਸ਼ਾ ਦੇ ਆਦਰਸ਼ ਰੂਪ ਦੇ ਵਿੱਚ ਸ਼ੁੱਧਤਾ ਦਾ ਮਤਲਬ ਕੀ ਹੈ, ਸ਼ੁੱਧਤਾ ਦਾ ਕੀ ਅਰਥ ਹੈ? ਸ਼ੁੱਧਤਾ ਦਾ ਅਰਥ ਹੁੰਦਾ ਹੈ ਕਿ ਭਾਸ਼ਾ ਦਾ ਅਰਥ ਵਿਆਕਰਣ ਅਤੇ ਉਚਾਰਨ ਦੀ ਦ੍ਰਿਸ਼ਟੀ ਤੋਂ ਸ਼ੁੱਧ ਹੋਣਾ। ਉਹਨੂੰ ਕਿਹਾ ਜਾਂਦਾ ਹੈ ਭਾਸ਼ਾ ਦੇ ਬੋਲਚਾਲੀ ਰੂਪ ਦੀ ਸ਼ੁੱਧਤਾ, ਭਾਸ਼ਾ ਦੇ ਆਦਰਸ਼ ਵਾਰਤਾਲਾਪ ਦੀ ਸ਼ੁੱਧਤਾ। ਇੱਕ ਗੁਣ ਹੋ ਗਿਆ ਜੀ ਆਦਰਸ਼ ਵਾਰਤਾਲਾਪ ਦਾ, ਇੱਕ ਗੁਣ ਕਿਹੜਾ ਹੈ? ਸ਼ੁੱਧਤਾ। ਦੂਸਰਾ ਹੈਗਾ ਜੀ ਸਪਸ਼ਟਤਾ। ਦੇਖੋ ਜੀ, ਆਦੇਸ਼ ਨਿਰਦੇਸ਼ ਹੈ ਜਿਹੜੇ ਉਹ ਸਿੱਧੇ ਅਤੇ ਸਪਸ਼ਟ ਹੋਣੇ ਚਾਹੀਦੇ ਹਨ। ਜਿਹੜੇ ਅਧਿਆਪਕ ਦੇ ਆਦੇਸ਼ ਨਿਰਦੇਸ਼ ਹਨ ਉਹ ਵਿਦਿਆਰਥੀਆਂ ਵਾਸਤੇ ਸਿੱਧੇ ਅਤੇ ਬਿਲਕੁਲ ਸਪਸ਼ਟ ਹੋਣ, ਤਾਂ ਜੋ ਵਿਦਿਆਰਥੀ ਉਸ ਨੂੰ ਸਹੀ ਢੰਗ ਦੇ ਨਾਲ ਸੁਣ ਕੇ ਆਪਣੀ ਪ੍ਰਤੀਕਿਰਿਆ ਦੇ ਸਕਣ। ਉਹਨੂੰ ਕਿਹਾ ਜਾਂਦਾ ਸਪਸ਼ਟਤਾ। ਆਹ ਜਿਹੜੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਆਦਰਸ਼ ਵਾਰਤਾਲਾਪ ਦੇ ਗੁਣ ਕਿਹੜੇ ਕਿਹੜੇ ਹਨ? ਆਹ ਦਸੇ ਦੇ ਦਸੇ ਗੁਣ ਤੁਸੀਂ ਚੇਤੇ ਰੱਖਣੇ ਆ। ਸ਼ੁੱਧਤਾ, ਸਪਸ਼ਟਤਾ, ਸੁਭਾਵਿਕਤਾ। ਸੁਭਾਵਿਕਤਾ ਦੇਖੋ ਜੀ, ਬਨਾਵਟੀ ਅਤੇ ਫਜ਼ੂਲ ਸ਼ਬਦਾਂ ਨੂੰ ਨਾ ਵਰਤਣਾ, ਉਹਨੂੰ ਕਿਹਾ ਜਾਂਦਾ ਸੁਭਾਵਿਕਤਾ, ਨੈਚੁਰੈਲਿਟੀ। ਸੁਭਾਵਿਕਤਾ, ਬਨਾਵਟੀ ਅਤੇ ਫਜ਼ੂਲ ਸ਼ਬਦਾਂ ਨੂੰ ਨਾ ਵਰਤਣਾ। ਜਿਹੜਾ ਮਤਲਬ ਕੀ ਆ, ਆਲਤੂ ਫਾਲਤੂ ਵਾਲੇ ਜਿਹੜੇ ਸ਼ਬਦ ਹੈ ਉਹਨਾਂ ਨੂੰ ਵਰਤਣ ਤੋਂ ਗੁਰੇਜ਼ ਕਰਨਾ, ਪਰਹੇਜ਼ ਕਰਨਾ, ਉਹਨੂੰ ਕਿਹਾ ਜਾਂਦਾ ਹੈ ਜੀ ਬੋਲਚਾਲ ਦੇ ਆਦਰਸ਼ ਵਾਰਤਾਲਾਪ ਦੀ ਸੁਭਾਵਿਕਤਾ। ਚੌਥੀ ਗੱਲ ਹੈ ਜੀ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ ਬੋਲਣ ਦਾ ਤਰੀਕਾ। ਇੱਕ ਅਧਿਆਪਕ ਆਪਣੇ ਦੇਖੋ ਜੀ, ਜਦੋਂ ਕੀ ਹੁੰਦਾ ਹੈ ਅਧਿਆਪਕ ਆਪਣੇ ਬੋਲਚਾਲੀ ਰੂਪ ਨੂੰ, ਆਪਣੇ ਵਾਰਤਾਲਾਪ ਨੂੰ ਪ੍ਰਭਾਵਸ਼ਾਲੀ ਕਿਵੇਂ ਬਣਾ ਸਕਦਾ ਹੈ? ਉਹ ਕੀ ਕਰੇਗਾ? ਵੱਧ ਤੋਂ ਵੱਧ ਆਪਣੇ ਸ਼ਬਦ ਭੰਡਾਰ ਦੇ ਵਿੱਚ ਵਿਕਾਸ ਕਰੇਗਾ। ਸ਼ਬਦ ਭੰਡਾਰ ਦੇ ਵਿੱਚ ਵਿਕਾਸ ਕਰਨ ਵਾਸਤੇ ਉਹ ਕੀ ਕਰੇਗਾ? ਵੱਧ ਤੋਂ ਵੱਧ ਸਮਾਨਾਰਥੀ ਸ਼ਬਦ ਪੜ੍ਹੇਗਾ, ਪਰਿਆਇਵਾਚੀ ਸ਼ਬਦ ਜਿਹੜੇ ਹਨ ਉਹ ਪੜ੍ਹੇਗਾ, ਵਿਰੋਧੀ ਸ਼ਬਦ ਪੜ੍ਹੇਗਾ। ਉਹ ਜਿਵੇਂ ਬਹੁਤੇ ਸ਼ਬਦਾਂ ਦੀ ਤਾਂ ਇੱਕ ਸ਼ਬਦ ਹੋ ਗਿਆ ਹੈ ਨਾ, ਇੱਕ ਸ਼ਬਦ ਦੇ ਜਿਹੜੇ ਬਹੁਤੇ ਅਰਥ ਨਿਕਲਦੇ ਹਨ ਜਿਨ੍ਹਾਂ ਨੂੰ ਬਹੁਅਰਥਕ ਸ਼ਬਦ ਕਹਿੰਦੇ ਆ, ਉਹਨਾਂ ਦੀ ਵਰਤੋਂ ਕਰੇਗਾ। ਉਹਨੂੰ ਕਰਕੇ ਅਧਿਆਪਕ ਆਪਣੇ ਵਾਰਤਾਲਾਪ ਨੂੰ ਪ੍ਰਭਾਵਸ਼ਾਲੀ ਕਰ ਸਕਦਾ ਹੈ। ਇਹ ਤਰੀਕਾ ਹੈ ਜੀ। ਉਹਨਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਹੈ ਜਿਹੜੇ ਸਮਾਨਾਰਥੀ ਸ਼ਬਦ ਨੇ, ਪਰਿਆਇਵਾਚੀ ਸ਼ਬਦ ਨੇ, ਉਹਨਾਂ ਦਾ ਸਭ ਤੋਂ ਵੱਧ ਮਹੱਤਵ ਹੈ ਇੱਥੇ, ਵੱਧ ਤੋਂ ਵੱਧ ਤਰੀਕੇ ਨਾਲ। ਦੂਸਰਾ ਸਭ ਤੋਂ ਵੱਧ ਇੱਕ ਹੋਰ ਚੀਜ਼ ਦਾ ਮਹੱਤਵ ਹੈ, ਉਹ ਹੈਗਾ ਜੀ ਬਹੁਤੇ ਸ਼ਬਦਾਂ ਦੀ ਤਾਂ ਇੱਕ ਸ਼ਬਦ ਆਪਣੀ ਗੱਲ ਇੱਕ ਸ਼ਬਦ ਦੇ ਵਿੱਚ ਕਹਿ ਜਾਣਾ, ਆਪਣੀ ਗੱਲ ਨੂੰ ਬਹੁਤ ਲੰਮੀ ਕਹਿਣ ਦੀ ਬਜਾਏ। ਉਹ ਕੀ ਹੈ? ਉਹ ਵਾਰਤਾਲਾਪ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ। ਉਸ ਤੋਂ ਬਾਅਦ ਦੇਖੋ ਜੀ ਸਰਲਤਾ 5 ਨੰਬਰ 'ਤੇ। ਸਰਲ ਸ਼ਬਦਾਂ ਦੇ ਵਿੱਚ ਆਪਣੀ ਗੱਲ ਕਹਿ ਦੇਣੀ, ਸੌਖੇ ਤਰੀਕੇ ਨਾਲ ਆਪਣੀ ਗੱਲ ਵਿਦਿਆਰਥੀਆਂ ਨੂੰ ਸਮਝਾ ਦੇਣੀ। ਕਿਸੇ ਤਰ੍ਹਾਂ ਦੀ ਕੋਈ ਮਤਲਬ ਹੇਰ ਫੇਰ ਨਹੀਂ, ਕੋਈ ਮਤਲਬ ਕੀ ਹੈ ਕਿਸੇ ਵੀ ਤਰ੍ਹਾਂ ਦੇ ਮਤਲਬ ਉਲਟੇ ਸਿੱਧੇ ਜਿਹੜੇ ਹੁੰਦੇ ਹਨ ਸ਼ਬਦ ਉਹਨਾਂ ਨੂੰ ਵਰਤਣ ਦੀ ਬਜਾਏ ਬਸ ਸਿੱਧੇ ਸ਼ਬਦ, ਸਿੱਧਾ ਕਹਿੰਦੇ ਵੀ ਠਾਹ ਸੋਟਾ ਮਾਰਨਾ ਜਿਹਨੂੰ ਕਹਿੰਦੇ ਆ। 6 ਨੰਬਰ 'ਤੇ ਹੈ ਜੀ ਗਤੀਸ਼ੀਲਤਾ। ਗਤੀਸ਼ੀਲਤਾ ਦਾ ਮਤਲਬ ਇਹ ਨਹੀਂ ਵੀ ਸਾਹ ਹੀ ਨਾ ਲਵੇ ਅਧਿਆਪਕ ਬੋਲਦਾ, ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈ। ਗਤੀਸ਼ੀਲਤਾ ਦਾ ਮਤਲਬ ਹੁੰਦਾ ਹੈ ਆਦਰਸ਼ ਬੋਲਚਾਲ ਦੇ ਵਿੱਚ ਗਤੀਸ਼ੀਲਤਾ ਦਾ ਮਤਲਬ ਸੁਣ ਲਵੋ, ਉਹ ਹੁੰਦਾ ਜੀ ਉਚਿਤ ਗਤੀ ਅਤੇ ਪ੍ਰਵਾਹ ਦੇ ਨਾਲ ਬੋਲਣਾ, ਵਿਰਾਮ ਚਿੰਨ੍ਹਾਂ ਦੀ ਵਰਤੋਂ ਕਰਦੇ ਹੋਏ ਬੋਲਣਾ, ਆਵਾਜ਼ ਦੇ ਉਤਰਾਅ ਚੜ੍ਹਾਅ ਨੂੰ ਧਿਆਨ ਵਿੱਚ ਰੱਖਣਾ। ਕਿਹੜੀ ਗੱਲ ਨੂੰ, ਕਿਹੜੇ ਸ਼ਬਦ ਨੂੰ ਮੈਂ ਉੱਚਾ ਬੋਲਣਾ ਹੈ, ਕਿਹੜੇ ਸ਼ਬਦ ਨੂੰ ਨੀਵਾਂ ਕਰਕੇ ਬੋਲਣਾ ਹੈ, ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਬੋਲਣਾ, ਉਹਨੂੰ ਕਿਹਾ ਜਾਂਦਾ ਹੈ ਜੀ ਗਤੀਸ਼ੀਲਤਾ। ਫਿਰ ਹੈ ਜੀ ਵਿਵਹਾਰਿਕਤਾ। ਵਿਵਹਾਰਿਕਤਾ ਦਾ ਮਤਲਬ ਕੀ ਹੈ ਕਿ ਬੋਲਚਾਲ ਦੀ ਭਾਸ਼ਾ ਹੈ ਜਿਹੜੀ ਉਹ ਆਮ ਭਾਸ਼ਾ ਹੋਣੀ ਚਾਹੀਦੀ ਹੈ, ਆਮ ਭਾਸ਼ਾ ਹੋਣੀ ਚਾਹੀਦੀ ਹੈ,
ना चीकू भाषा होनी चाहिए है, ना संतरा भाषा होनी चाहिए है, आम भाषा होनी चाहिए है। मेरा कहने का मतलब भी आम लोगों वालों बोली जाती भाषा होनी चाहिए है। फल फ्रूट ना कोई संबंध नहीं इस गल का, आम शब्द का। इत्थे की है व्यवहारिकता का मतलब है कि बोलचाल की भाषा आम भाषा होनी चाहिए है। आम भाषा तो मतलब है कि उस भाषा नूं जन सधारण लोग वरतते होण, ਉਹਨੂੰ ਕਿਹਾ ਜਾਂਦਾ जी आम भाषा, सधारण भाषा, लोगों की भाषा ਉਹਨੂੰ कह दिता जाता है। वो है जी देखो व्यवहारिकता का मतलब ये है। प्रैक्टिकल का मतलब यही है, प्रैक्टिकल का मतलब यही है कि जदों आपां किसी नाल गलबात करनी है, जदों जमात दे विच आपां विद्यार्थियों के नाल भी कम्यूनीकेशन संवाद करना है, उस स्थिति दे विच आपां की करांगे कि भाषा दे जिहड़ा बोलचाली रूप होवेगा वह जन सधारण वाला होना चाहिए, साहित्यक भाषा वाला नहीं होना चाहिए। ਸਾਹਿਤਕ ਭਾਸ਼ਾ ਤਾਂ ਜਦੋਂ ਕੇਵਲ ਅਸੀਂ ਸਾਹਿਤ ਲਿਖਣਾ ਹੈ ਉਦੋਂ ਹੋਣੀ ਚਾਹੀਦੀ ਹੈ। ਸਾਹਿਤਕ ਭਾਸ਼ਾ ਦੀ ਵਰਤੋਂ, ਭਾਸ਼ਾ ਦਾ ਜਿਹੜਾ ਸਾਹਿਤਕ ਰੂਪ ਹੈ ਉਸ ਦੀ ਵਰਤੋਂ ਆਪਾਂ ਜਦੋਂ ਸਾਹਿਤ ਲਿਖਦੇ ਹਾਂ ਉਦੋਂ ਜਾਂ ਸਾਹਿਤ ਦੀ ਰਚਨਾ ਕਰਦੇ ਹਾਂ ਉਦੋਂ ਉਸ ਦੀ ਵਰਤੋਂ ਹੁੰਦੀ ਹੈ। ਪਰ ਭਾਸ਼ਾ ਦੇ ਵਿਵਹਾਰਿਕਤਾ ਦਾ ਮਤਲਬ ਕੀ ਹੈ ਕਿ ਭਾਸ਼ਾ ਦੇ ਬੋਲਚਾਲ ਦੀ ਜਿਹੜੀ ਭਾਸ਼ਾ ਹੈ ਉਹ ਆਮ ਭਾਸ਼ਾ ਦਾ ਲੋਕਾਂ ਦੀ ਭਾਸ਼ਾ ਹੁੰਦੀ ਹੈ। ਇਸੇ ਕਰਕੇ ਹੀ ਤਾਂ ਬੋਲਚਾਲ ਦੀ ਭਾਸ਼ਾ ਦੇ ਵਿੱਚ ਵਿਆਕਰਣ ਦੇ ਨਿਯਮਾਂ ਦਾ ਬਹੁਤਾ ਖਿਆਲ ਨਹੀਂ ਰੱਖਿਆ ਜਾਂਦਾ। कई बार ये हो जाता है कि बोलचाल के नियमों को एक पासे रख दिता जाता है। बोलचाल के नियम है जोड़े व्याकरण के जोड़े नियम हैं वह बोलचाल के उपर कई बार लागू नहीं करते, आपां लगभग नहीं करते। कारण की है क्योंकि भाषा का जोड़ा बोलचाली रूप है वो की कह रहा है कि व्यवहारिकता के रूप में जदों तुसीं बोलना है, जदों तुसीं कम्यूनीकेशन करना है, जदों बोलन कौशल का विकास करना है उदों सधारण भाषा की, लोगों की भाषा की वरतों करनी है। उस तो बाद जी उद्देश या मंतव प्राप्ति, एक आदर्श बोलचाल का, आदर्श वार्तालाप का गुण है। देखो जी तुहाडा उद्देश की है, जदों तुसीं विद्यार्थियों को पढ़ा रहे हो तुहाडा उद्देश है विद्यार्थी को अध्ययन करवाउणा। जदों विद्यार्थी को उस वो जिहड़ा ज्ञान है जिहड़ा वो प्रदान करना है जी, ज्ञान उसनूं इस प्रकार नाल प्रदान करना है कि उसके व्यवहार दे विच परिवर्तन आवे। सो उहदे वास्ते की करेगा अध्यापक, उद्देश या मंतव की है, इत्थे मंतव है व्यवहार परिवर्तन। व्यवहार परिवर्तन कदों होवेगा जदों जो ज्ञान वाली गल, जो मेन गल है, जो मेन पॉइंट जिन्होंने आप कह दें वो विद्यार्थी तक जदों पहुँचाना है तो उसनूं जोर दे के बोलना, उसनूं ज़्यादा प्रभावशाली तरीके नाल विद्यार्थियों अगे स्पष्ट करना, उन्होंने कहा जाता है उद्देश या मंतव प्राप्ति। मंतव या उद्देश एको ही गल है, दोनों का समानार्थी शब्द है दोनों, उद्देश या मंतव। सो ਇਹਦਾ प्राप्ति का मतलब की है, उद्देश या मंतव प्राप्ति का मतलब ये है कि अध्यापक आदर्श वार्तालाप जो जमात दे विच करेगा उदों उसने जो पाठ संबंधी जो विषय वस्तु के उद्देश निर्धारित किए गए हैं ना वो उद्देशों को विद्यार्थी तक पहुँचाना है ਤਾਂ ਜੋ ਉਹ ਵਿਦਿਆਰਥੀ ਦੇ ਵਿੱਚ ਵਿਵਹਾਰ ਪਰਿਵਰਤਨ ਵੇਖ ਸਕੇ। ਉਹ ਕਦੋਂ ਹੋਵੇਗਾ ਜਦੋਂ ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਆਖੇਗਾ ਅਧਿਆਪਕ। ਉਸ ਤੋਂ ਬਾਅਦ ਹੈ ਜੀ ਅਨੁਕੂਲਤਾ। ਅਨੁਕੂਲਤਾ ਦਾ ਮਤਲਬ ਹੈ ਕਿ ਜੋ ਆਦਰਸ਼ ਬੋਲਚਾਲ ਦੇ ਵਿੱਚ ਜੋ ਗੱਲਬਾਤ ਕੀਤੀ ਜਾਵੇ, ਜੋ ਵਿਚਾਰ ਬੋਲੇ ਜਾਣ ਉਹ ਵਿਚਾਰ ਸਰੋਤੇ ਦੇ ਪੱਧਰ ਦੇ ਅਨੁਕੂਲ ਹੋਣ, उस दे लेवल के अनुकूल होने, पद्धर या लेवल के अनुकूल होने चाहिए हैं। अगर तुसी 5वीं जमात के विद्यार्थी को पढ़ा रहे हो तो तुहाडा यह फर्ज बनता है कि तुसी विद्यार्थी नाल उही गल्लां करनियां हन जो उस दे लेवल के अनुकूल हैं। इनू कहा जाता है अनुकूलता। उस तो बाद 10 नंबर पर है जी मिठास। कोई भी कौड़ी तो कौड़ी गल भी जेकर तुसी विद्यार्थी को कहनी है तो उसनू बड़े मिठे रूप दे विच कहना है, बड़े प्यार दे नाल कहना, नहीं तो शिकायत हो जूगी जी पोर्टल ते, फिर तुहानू उसकी जवाब देना पऊगा। नौकरी तो नहीं कर जाती पर जवाब जरूर देना पै जूगा। इस करके मिठास जरूरी है जी। सो ये जिहड़े 10 ते 10 गुण ने जदों एक वार्तालाप दे विच ये 10 गुण हो जाण तो उदों वो वार्तालाप सधारण नहीं रह जाता, उदों वो वार्तालाप आदर्श वार्तालाप बन जाता है। हुण आपां गल करिए जी बोलण कौशल विकास दे साधन अते क्रियावां। जदों आपां बच्चे दे बोलण कौशल का विकास करना है उदों आपां किहड़े साधन अपनाउणे ने, किहड़ियां क्रियावां आपां वरतणीਆਂ ने, किहड़ियां विधियां दी आपां क्लास दे विच वरतों कर सकते हाँ तां जो बच्चे दे बोलण कौशल का विकास हो सके। देखो जी बोलण कौशल का विकास प्राइमरी पद्धर ते भी किया जाता है ते मिडल पद्धर ते भी
ਤੇ ਉੱਚ ਪੱਧਰ ਤੇ ਵੀ। ਭਾਵ ਕੀ ਹੈ, ਆਰੰਭਿਕ ਸ਼੍ਰੇਣੀਆਂ ਦੇ ਵਿੱਚ ਵੀ, ਮਿਡਲ ਕਲਾਸਾਂ ਦੇ ਵਿੱਚ ਵੀ, ਤੇ ਜਿਹੜੀਆਂ ਸਾਡੀਆਂ ਸੀਨੀਅਰ ਕਲਾਸਾਂ ਉਹਨਾਂ ਦੇ ਵਿੱਚ ਵੀ ਕੀਤਾ ਜਾਂਦਾ। ਪਰ ਥੋੜ੍ਹਾ ਜਿਹਾ ਕੀ ਹੈ ਕਿ ਇਸ ਦਾ ਜਿਹੜਾ ਲੈਵਲ ਹੈ ਉਹ ਬਸ ਉੱਪਰ ਉੱਠਦਾ ਜਾਂਦਾ ਹੌਲੀ ਹੌਲੀ। ਦੇਖੋ ਜੀ ਕਿਵੇਂ ਆ ਬੋਲਣ ਕੌਸ਼ਲ ਵਿਕਾਸ ਦੇ ਸਾਧਨ ਕਿਹੜੇ ਕਿਹੜੇ ਨੇ, ਕਿਹੜੇ ਕਿਹੜੇ ਸਾਧਨ ਆਪਾਂ ਕਿਹੜੀਆਂ ਚੀਜ਼ਾਂ ਨੂੰ, ਕਿਹੜੀਆਂ ਕਿਰਿਆਵਾਂ ਨੂੰ ਆਪਾਂ ਵਰਤਣਾ ਹੈ ਤਾਂ ਜੋ ਬੱਚੇ ਦੇ ਬੋਲਣ ਕੌਸ਼ਲ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ। ਕਿਉਂਕਿ ਭਾਸ਼ਾ ਸਿੱਖਿਆ ਦਾ ਜਿਹੜਾ ਸਭ ਤੋਂ ਮਹੱਤਵਪੂਰਨ ਤੇ ਸਭ ਤੋਂ ਪਹਿਲਾ ਉਦੇਸ਼ ਹੈ ਬੱਚੇ ਦੇ ਅੰਦਰ ਸਵੈ ਪ੍ਰਗਟਾਅ ਦਾ ਵਿਕਾਸ ਕਰਨਾ। ਜਿੰਨਾ ਚਿਰ ਬੱਚੇ ਦੇ ਅੰਦਰ ਸਵੈ ਪ੍ਰਗਟਾਅ ਦਾ ਵਿਕਾਸ ਨਹੀਂ ਹੁੰਦਾ ਉਹਨਾਂ ਚਿਰ ਬੱਚੇ ਦੇ ਭਾਸ਼ਾ ਦਾ ਵਿਕਾਸ ਨਹੀਂ ਹੋ ਸਕਦਾ। ਮੁੱਢਲੀਆਂ ਜਾਂ ਪ੍ਰਾਇਮਰੀ ਜਾਂ ਆਰੰਭਿਕ ਸ਼੍ਰੇਣੀਆਂ ਦੇ ਵਿੱਚ ਬੋਲਣ ਕੌਸ਼ਲ ਦਾ ਵਿਕਾਸ ਆਪਾਂ ਕਿਹੜੇ ਤਰੀਕੇ ਨਾਲ ਕਰ ਸਕਦੇ ਹਾਂ? ਆਰੰਭਿਕ ਸ਼੍ਰੇਣੀਆਂ, ਪ੍ਰਾਰੰਭਿਕ ਸ਼੍ਰੇਣੀਆਂ, ਪ੍ਰਾਇਮਰੀ ਜਾਂ ਮੁੱਢਲੀਆਂ ਸ਼੍ਰੇਣੀਆਂ। ਦੇਖੋ ਜੀ ਇਹਨਾਂ ਦੇ ਵਿੱਚ ਦੇਖ ਲਵੋ ਜੀ, ਸਭ ਤੋਂ ਪਹਿਲਾਂ ਚਿੱਤਰਾਂ ਦੀ ਵਰਤੋਂ, ਭਾਵ ਚਿੱਤਰ ਵਿਧੀ ਦੀ ਵਰਤੋਂ ਆਪਾਂ ਕਰ ਸਕਦੇ ਹਾਂ। ਅਧਿਆਪਕ ਜਮਾਤ ਦੇ ਵਿੱਚ ਕਿਸੇ ਪਸ਼ੂ, ਪੰਛੀ, ਜਾਨਵਰ, ਵਿਦਿਆਰਥੀ ਦੇ ਲੈਵਲ ਦੇ ਅਨੁਕੂਲ ਇੱਕ ਚਿੱਤਰ ਵਿਖਾਏਗਾ। ਉਸ ਚਿੱਤਰ ਦੇ ਅਨੁਸਾਰ ਜਿਹੜਾ ਅਧਿਆਪਕ ਹੈ ਉਹ ਵਿਦਿਆਰਥੀਆਂ ਕੋਲੋਂ ਪ੍ਰਸ਼ਨ ਪੁੱਛੇਗਾ ਕਿ ਹਾਂ ਵੀ ਬੇਟਾ ਇਸ ਚਿੱਤਰ ਦੇ ਵਿੱਚ ਤੈਨੂੰ ਕੀ ਦਿਖਾਈ ਦੇ ਰਿਹਾ? ਵਿਦਿਆਰਥੀ ਦੱਸੇਗਾ ਕਿ ਸਰ ਜੀ ਤੇ ਮੈਨੂੰ ਗਧਾ ਦਿਖਦਾ, ਘੋੜਾ ਦਿਖਦਾ, ਕੁੱਤਾ ਕਿ ਸ਼ੇਰ ਕਿ ਬਾਂਦਰ ਆ ਕਿ ਬੱਕਰੀ ਆ। ਹੁਣ ਇਹ ਵਿਦਿਆਰਥੀ 'ਤੇ ਡਿਪੈਂਡ ਕਰਦਾ ਹੈ, ਕਿਉਂਕਿ ਵਿਦਿਆਰਥੀ ਦੇ ਲੈਵਲ ਦੇ ਅਨੁਕੂਲ ਜਦੋਂ ਚੀਜ਼ ਸਾਹਮਣੇ ਲਿਆ ਕੇ ਰੱਖਤੀ, ਜਿਹੜੀ ਚੀਜ਼ ਵਿਦਿਆਰਥੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਦੇਖਦਾ ਉਹ ਚੀਜ਼ ਅਧਿਆਪਕ ਉਸ ਨੂੰ ਚਿੱਤਰ ਦੇ ਰੂਪ ਵਿੱਚ ਦਿਖਾਵੇਗਾ। ਵਿਦਿਆਰਥੀ ਨੂੰ ਨਾਲ ਨਾਲ ਪ੍ਰਸ਼ਨ ਪੁੱਛੇਗਾ। ਚਿੱਤਰ ਵਿਧੀ ਦੇ ਨਾਲ ਨਾਲ ਅਧਿਆਪਕ ਚਿੱਤਰ ਵਿਧੀ ਦੇ ਵਿੱਚ ਪ੍ਰਸ਼ਨ ਉੱਤਰ ਵਿਧੀ ਦੀ ਵਰਤੋਂ ਕਰੇਗਾ। ਪ੍ਰਸ਼ਨਾਂ ਦੇ ਰਾਹੀਂ ਪੁੱਛੇਗਾ ਕਿ ਤੈਨੂੰ ਕੀ ਦਿਖਦਾ ਹੈ, ਇਹਨੂੰ ਵੇਖ ਕੇ ਤੈਨੂੰ ਕਿਸ ਗੱਲ ਦਾ ਯਾਦ ਆਉਂਦਾ, ਇਸ ਚੀਜ਼, ਇਹ ਜਿਹੜੀ ਚੀਜ਼ ਤੂੰ ਦੇਖੀ ਹੈ ਜਿਹੜੀ ਹੈ ਇਹਦਾ ਕੀ ਮਹੱਤਵ ਹੈ। ਸੋ ਇਹ ਗੱਲਾਂ ਜਿਹੜੀਆਂ ਜਦੋਂ ਵਿਦਿਆਰਥੀ ਨੂੰ ਪੁੱਛੇਗਾ ਤਾਂ ਵਿਦਿਆਰਥੀ ਜਦੋਂ ਆਪਣਾ ਪ੍ਰਤੀ ਉੱਤਰ ਜਵਾਬ ਦੇਵੇਗਾ ਉਦੋਂ ਵਿਦਿਆਰਥੀ ਦੇ ਬੋਲਣ ਕੌਸ਼ਲ ਦਾ ਵਿਕਾਸ ਹੋਵੇਗਾ। ਉਸ ਤੋਂ ਬਾਅਦ ਹੈ ਜੀ ਕਹਾਣੀ ਰਚਨਾ ਵਿਧੀ। ਕਹਾਣੀ ਰਚਨਾ ਵਿਧੀ ਦੇ ਵਿੱਚ ਦੇਖੋ ਜੀ ਕੀ ਹੋਵੇਗਾ। ਦੇਖੋ ਜੀ ਕਹਾਣੀ ਸੁਣਨਾ ਅਤੇ ਸੁਣਾਉਣਾ ਹੈਗਾ ਜੀ ਬੱਚੇ ਦੀ ਜਮਾਂਦਰੂ ਪ੍ਰਵਰਤੀ, ਜਨਮਜਾਤ ਪ੍ਰਵਰਤੀ ਹੈ ਉਸ ਦੀ। ਬੱਚਾ ਰੋਟੀ ਖਾਧੇ ਬਿਨਾਂ ਰਹਿ ਸਕਦਾ ਪਰ ਕਹਾਣੀ ਸੁਣੇ ਬਿਨਾਂ ਨਹੀਂ ਰਹਿ ਸਕਦਾ। ਇਹ ਗੱਲ ਪੱਕੀ ਹੈ ਜੀ, ਕਿਉਂਕਿ ਬੱਚਾ ਛੋਟੇ ਹੁੰਦੇ, ਤੁਸੀਂ ਵੀ ਜਦੋਂ ਛੋਟੇ ਹੁੰਦੇ ਹੋਵੋਗੇ ਤੁਸੀਂ ਵੀ ਕਹਾਣੀਆਂ ਆਪਣੀ ਦਾਦੀ ਤੋਂ ਜਾਂ ਦਾਦੇ ਕੋਲੋਂ ਜ਼ਰੂਰ ਸੁਣੀਆਂ ਹੁੰਦੀਆਂ ਜੀ, ਸਾਰਿਆਂ ਨੇ, ਮੈਂ ਵੀ ਸੁਣੀਆਂ। ਕਹਾਣੀ ਰਚਨਾ ਵਿਧੀ ਦੇ ਵਿੱਚ ਅਧਿਆਪਕ ਕੀ ਕਰੇਗਾ ਕਿ ਬੱਚੇ ਨੂੰ ਸਭ ਤੋਂ ਪਹਿਲਾਂ ਇੱਕ ਕਹਾਣੀ ਸੁਣਾ ਦੇਵੇਗਾ। ਕਹਾਣੀ ਸੁਣਾਤੀ ਜੀ ਬੱਚੇ ਨੂੰ ਡਿਲੀਵਰ ਕਰਤੀ ਇੱਕ ਕਹਾਣੀ। ਬੱਚਾ ਕੀ ਕਰੇਗਾ, ਉਸ ਨੂੰ ਅਬਜ਼ਰਵ ਕਰ ਲਵੇਗਾ। ਆਬਜ਼ਰਵ ਕਰਨ ਤੋਂ ਬਾਅਦ ਅਧਿਆਪਕ ਆਖੇਗਾ ਵੀ ਹਾਂ ਵੀ ਬੇਟਾ ਹੁਣ ਉੱਠ ਜਾ ਤੇ ਉੱਠ ਕੇ ਇਸ ਕਹਾਣੀ ਨੂੰ ਆਪਣੇ ਸ਼ਬਦਾਂ ਦੇ ਵਿੱਚ ਸੁਣਾ। ਉਹਦੇ ਨਾਲ ਕੀ ਹੋਵੇਗਾ ਕਿ ਬੱਚੇ ਦੇ ਬੋਲਣ ਕੌਸ਼ਲ ਦਾ ਵਿਕਾਸ ਤਾਂ ਹੋ ਰਿਹਾ, ਨਾਲ ਨਾਲ ਕ੍ਰੀਏਟੀਵਿਟੀ ਦਾ ਪਰਤਾ ਲੱਗ ਰਿਹਾ ਹੈ। ਬੱਚੇ ਦੇ ਵਿੱਚ ਸਿਰਜਣਾਤਮਕਤਾ ਦਾ ਵਿਕਾਸ ਹੋ ਰਿਹਾ ਕਿ ਨਹੀਂ, ਆਪਣੇ ਵੱਲੋਂ ਬੱਚਾ ਕਿੰਨੇ ਸ਼ਬਦਾਂ ਦਾ, ਕਿੰਨੇ ਨਵੇਂ ਸ਼ਬਦਾਂ ਦਾ ਇਸਤੇਮਾਲ ਕਰਦਾ, ਉਸ ਕਹਾਣੀ ਨੂੰ ਕਹਿਣ ਦਾ ਕੋਈ ਨਵਾਂ ਤਰੀਕਾ ਬੱਚੇ ਕੋਲ ਕੀ ਹੈ। ਇਹ ਗੱਲਾਂ ਕਦੋਂ ਪਤਾ ਲੱਗਣਗੀਆਂ? ਜਦੋਂ ਅਸੀਂ ਬੱਚੇ ਨੂੰ ਕਹਾਣੀ ਰਚਨਾ ਵਿਧੀ ਦੀ ਵਰਤੋਂ ਕਰਾਂਗੇ। ਉਸ ਤੋਂ ਬਾਅਦ ਹੈ ਜੀ ਪ੍ਰਸ਼ਨ ਉੱਤਰ ਵਿਧੀ। ਅਧਿਆਪਕ ਕੀ ਕਰੇਗਾ, ਵਿਦਿਆਰਥੀਆਂ ਨੂੰ ਪਾਠ ਪੜ੍ਹਾਉਂਦੇ ਸਮੇਂ ਵਿੱਚ ਪ੍ਰਸ਼ਨ ਉੱਤਰ ਵਿਧੀ ਦੀ ਵਰਤੋਂ ਕਰ ਸਕਦਾ ਹੈ। ਮੰਨ ਲਓ ਇੱਕ ਪਹਿਰਾ ਪੜ੍ਹਾਤਾ, ਉਸ ਪਹਿਰੇ ਦਾ ਫੀਡਬੈਕ ਜਾਣਨ ਲਈ ਅਧਿਆਪਕ ਪ੍ਰਸ਼ਨ ਉੱਤਰ ਵਿਧੀ ਦੀ ਵਰਤੋਂ ਕਰੇਗਾ। ਉਸ ਪਹਿਰੇ ਦੇ ਨਾਲ ਸੰਬੰਧਿਤ ਪ੍ਰਸ਼ਨ ਵਿਦਿਆਰਥੀ ਨੂੰ ਪੁੱਛ ਸਕਦਾ ਹੈ। ਜਦੋਂ ਵਿਦਿਆਰਥੀ ਪ੍ਰਤੀ ਉੱਤਰ ਆਪਣਾ ਜਵਾਬ ਦੇਣਗੇ, ਜਦੋਂ ਸੰਤੁਸ਼ਟ ਜਵਾਬ ਮਿਲੇਗਾ ਤਾਂ ਸਮਝ ਲੈਣਾ ਕਿ ਬੱਚੇ ਦੇ ਬੋਲਣ ਕੌਸ਼ਲ ਦਾ ਵਿਕਾਸ ਹੋ ਰਿਹਾ ਹੈ। ਇਹ ਹੈ ਜੀ ਪ੍ਰਸ਼ਨ ਉੱਤਰ ਵਿਧੀ। ਉਸ ਤੋਂ ਬਾਅਦ ਹੈ ਜੀ ਸਮੂਹਿਕ ਕਾਵਿ ਪਾਠ ਵਿਧੀ। ਦੇਖੋ ਜੀ ਛੋਟੇ ਬੱਚੇ ਆ ਜਿਹੜੇ, ਉਹਨਾਂ ਨੂੰ ਸਾਨੂੰ ਪਤਾ ਹੈ ਕਿ ਜਦੋਂ ਆਪਾਂ ਬਾਲ ਗੀਤਾਂ ਰਾਹੀਂ ਜਦੋਂ ਬੱਚੇ ਨੂੰ ਪੜ੍ਹਾਉਂਦੇ ਹਾਂ, ਬਾਲ ਗੀਤ, ਛੋਟੀਆਂ ਛੋਟੀਆਂ ਕਵਿਤਾਵਾਂ ਜਦੋਂ ਬੱਚੇ ਨੂੰ ਮੁੱਢਲੀਆਂ ਕਲਾਸਾਂ ਦੇ ਵਿੱਚ ਪੜ੍ਹਾਉਂਦੇ ਹਾਂ ਤਾਂ ਉਦੋਂ ਬੱਚੇ ਸਾਮੂਹਿਕ ਰੂਪ ਦੇ ਵਿੱਚ ਪੜ੍ਹਦੇ ਨੇ। ਉਸ ਚੀਜ਼ ਨੂੰ ਗਾ ਕੇ ਪੜ੍ਹਨ ਦੀ ਬੱਚਿਆਂ ਦੀ ਆਦਤ ਹੁੰਦੀ ਹੈ। ਉੱਚੀ ਲੰਮੀ ਜੀ ਹੇਕ ਲਾ ਕੇ ਬੱਚੇ ਆਪਣੇ ਹਿਸਾਬ ਨਾਲ ਪੜ੍ਹਦੇ ਆ। ਸੋ ਸਮੂਹਿਕ ਕਾਵਿ ਪਾਠ ਵਿਧੀ ਦੇ ਵਿੱਚ ਬੱਚੇ ਬਹੁਤ ਰੁਚੀ ਲੈਂਦੇ ਨੇ। ਤੁਹਾਨੂੰ ਪਤਾ ਹੀ ਹੈ ਜਦੋਂ ਨਿੱਕੇ ਹੁੰਦੇ ਜਾਂ ਮੰਨ ਲਓ ਤੁਸੀਂ ਵੱਡੇ ਹੁੰਦੇ ਵੀ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਹੋਵੋਗੇ, ਜਦੋਂ ਸਾਡੇ ਤੋਂ ਨਿੱਕੇ ਜਵਾਕ ਜਿਹੜੇ ਛੋਟੇ ਛੋਟੇ ਬੱਚੇ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ ਤਾਂ ਉਦੋਂ ਆਪਾਂ ਦੇਖਦੇ ਹਾਂ ਅੱਜ ਵੀ ਸਕੂਲਾਂ ਦੇ ਵਿੱਚ ਇਹੀ ਤਰੀਕਾ ਹੈ ਪਿੰਡਾਂ ਦੇ ਵਿੱਚ ਪੜ੍ਹਾਉਣ ਦਾ, ਵੀ ਜਦੋਂ ਆਪਾਂ ਬੱਚਿਆਂ ਨੂੰ ਲਾਈਨ ਦੇ ਵਿੱਚ ਖੜਾ ਕਰਦੇ ਹਾਂ, ਗਿਣਤੀ ਜਾਂ ਪਹਾੜੇ ਜਦੋਂ ਯਾਦ ਕਰਵਾਉਂਦੇ ਹਾਂ ਤਾਂ ਉਦੋਂ ਸਮੂਹਿਕ ਕਾਵਿ ਪਾਠ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ।
ਸੋ ਇਹ ਤਰੀਕਾ ਜਿਹੜਾ ਇਹਦੇ ਨਾਲ ਕੀ ਹੁੰਦਾ, ਬੱਚਿਆਂ ਦੇ ਬੋਲਣ ਕੌਸ਼ਲ ਦਾ ਵਿਕਾਸ ਹੁੰਦਾ ਹੈ। ਉਸ ਤੋਂ ਬਾਅਦ ਹੈ ਜੀ ਉੱਚੀ ਪਾਠ ਵਿਧੀ। ਦੇਖੋ ਜੀ ਉੱਚੀ ਪਾਠ ਵਿਧੀ ਦਾ ਸੰਬੰਧ ਤਾਂ ਹੈਗਾ ਵਾਚਨ ਕੌਸ਼ਲ ਦੇ ਨਾਲ, ਸਾਡਾ ਪੜ੍ਹਨ ਕੌਸ਼ਲ ਹੈ ਜਿਹੜਾ ਉਹਦੇ ਨਾਲ ਹੈ, ਪਰ ਉਹਦੇ ਨਾਲ ਬੋਲਣ ਕੌਸ਼ਲ ਦਾ ਵਿਕਾਸ ਵੀ ਹੁੰਦਾ ਹੈ। ਉੱਚੀ ਪਾਠ ਦੋ ਤਰ੍ਹਾਂ ਨਾਲ ਹੁੰਦਾ ਹੈ ਜੀ, ਇੱਕ ਦਾ ਨਾਮ ਹੈ ਜੀ ਆਦਰਸ਼ ਪਾਠ ਤੇ ਇੱਕ ਦਾ ਨਾਮ ਹੁੰਦਾ ਜੀ ਅਨੁਕਰਨ ਪਾਠ। ਇਹ ਉੱਚੀ ਪਾਠ ਦੇ ਵਿੱਚ ਦੋ ਤਰੀਕੇ ਨੇ। ਜਦੋਂ ਆਪਾਂ ਪੜ੍ਹਨ ਕੌਸ਼ਲ ਦੀ ਗੱਲ ਕਰਾਂਗੇ ਉਦੋਂ ਆਪਾਂ ਇਹਨਾਂ ਦੋਵਾਂ ਤਰੀਕਿਆਂ ਨੂੰ ਵੀ ਪੜ੍ਹਾਂਗੇ ਨਾਲ। ਉੱਚੀ ਪਾਠ ਦੇ ਵਿੱਚ ਦੋ ਤਰੀਕੇ ਦੇ ਪਾਠ ਹੁੰਦੇ ਆ ਜੀ, ਇੱਕ ਆਦਰਸ਼ ਪਾਠ, ਇੱਕ ਹੁੰਦਾ ਹੈ ਜੀ ਅਨੁਕਰਨ ਪਾਠ। ਅਧਿਆਪਕ ਜਦੋਂ ਆਪ ਪਾਠ ਪੁਸਤਕ ਨੂੰ, ਵਿਸ਼ੇ ਵਸਤੂ ਨੂੰ ਨਮੂਨੇ ਵਜੋਂ ਵਿਦਿਆਰਥੀਆਂ ਦੇ ਸਾਹਮਣੇ ਸ਼ੁੱਧ, ਸਰਲ ਅਤੇ ਸਪਸ਼ਟ ਸ਼ਬਦਾਂ ਦੇ ਵਿੱਚ ਪੜ੍ਹਦਾ ਹੈ, ਉਦੋਂ ਉਸ ਨੂੰ ਕਿਹਾ ਜਾਂਦਾ ਹੈ ਜੀ ਆਦਰਸ਼ ਪਾਠ। ਜਦੋਂ ਵਿਦਿਆਰਥੀ ਨੂੰ ਕਿਹਾ ਜਾਂਦਾ ਕਿ ਹੁਣ ਇਸੇ ਪਾਠ ਨੂੰ ਤੂੰ ਸੁਣਾ, ਜਦੋਂ ਵਿਦਿਆਰਥੀ ਉਸ ਨੂੰ ਜਦੋਂ ਆਪ ਉੱਚੀ ਆਵਾਜ਼ ਦੇ ਵਿੱਚ ਬੋਲ ਕੇ ਸੁਣਾਉਂਦਾ ਹੈ, ਉਦੋਂ ਉਸ ਨੂੰ ਕਿਹਾ ਜਾਂਦਾ ਹੈ ਅਨੁਕਰਨ ਪਾਠ। ਸੋ ਉੱਚੀ ਪਾਠ ਵਿਧੀ ਦੇ ਵਿੱਚ ਜਦੋਂ ਵਿਦਿਆਰਥੀ ਅਨੁਕਰਨ ਪਾਠ ਕਰਦਾ ਹੈ, ਅਨੁਕਰਨ ਪਾਠ ਉੱਚੀ ਬੋਲ ਕੇ ਉਸ ਪਾਠ ਨੂੰ ਪੜ੍ਹਦਾ ਹੈ ਸਾਰੀ ਜਮਾਤ ਦੇ ਸਾਹਮਣੇ, ਤਾਂ ਉਸ ਦੇ ਬੋਲਣ ਕੌਸ਼ਲ ਦਾ ਵਿਕਾਸ ਹੁੰਦਾ ਹੈ। ਹੋਰ ਦੇਖੋ ਜੀ ਬਾਲ ਸਭਾ। ਦੇਖੋ ਜੀ ਬਾਲ ਸਭਾ ਦਾ ਸੰਬੰਧ ਹੈਗਾ ਮਿਡਲ ਸ਼੍ਰੇਣੀਆਂ ਦੇ ਨਾਲ, ਮਿਡਲ ਕਲਾਸ ਦੇ ਨਾਲ। ਮਿਡਲ ਕਲਾਸ ਦੇ ਨਾਲ ਕਿਉਂ ਹੈ ਬਾਲ ਸਭਾ ਦਾ ਸੰਬੰਧ, ਇਹ ਵੀ ਥੋੜ੍ਹਾ ਜਿਹਾ ਸੁਣ ਲਓ। ਕਿਉਂਕਿ ਦੇਖੋ ਜੀ ਤਿੰਨ ਤਰ੍ਹਾਂ ਦੀਆਂ ਸ਼੍ਰੇਣੀਆਂ ਜੀ ਸਾਡੇ ਸਾਹਮਣੇ, ਇੱਕ ਤਾਂ ਆਰੰਭਿਕ ਹੈ ਜੀ, ਇੱਕ ਮਿਡਲ ਹੈ, ਇੱਕ ਹੈਗੀ ਜੀ ਉੱਚ ਸ਼੍ਰੇਣੀ ਹੈ ਨਾ। ਪਰ ਮਿਡਲ ਸ਼੍ਰੇਣੀ ਦੇ ਵਿੱਚ ਕੀ ਹੈ ਕਿ ਬੱਚਾ ਦੋਨੋਂ ਰੂਪਾਂ ਦੇ ਵਿੱਚ ਕਿਰਿਆ ਕਰ ਰਿਹਾ ਹੁੰਦਾ ਹੈ ਬਾਲ ਸਭਾ ਦੇ ਵਿੱਚ। ਇੱਕ ਤਾਂ ਬੱਚਾ ਜਿਹੜਾ ਸਰੋਤੇ ਦੇ ਰੂਪ ਵਿੱਚ ਵੀ ਵਧੀਆ ਸਰੋਤਾ ਹੁੰਦਾ ਹੈ, ਅਤੇ ਮਿਡਲ ਸ਼੍ਰੇਣੀ ਦੇ ਵਿੱਚ ਵੱਧ ਤੋਂ ਵੱਧ ਭਾਗ ਵੀ ਲੈਂਦਾ ਹੈ ਬਾਲ ਸਭਾ ਦੇ ਵਿੱਚ। ਇਸ ਕਰਕੇ ਕਿਤੇ ਨਾ ਕਿਤੇ ਬਾਲ ਸਭਾ ਦਾ ਜਿਹੜਾ ਸੰਬੰਧ ਹੈ ਉਸ ਨੂੰ ਮਿਡਲ ਕਲਾਸ ਦੇ ਨਾਲ ਜੋੜ ਦਿੱਤਾ ਜਾਂਦਾ ਹੈ। ਕਿਉਂਕਿ ਜਦੋਂ ਕੀ ਹੈ ਜਿਹੜੀ ਆਰੰਭਿਕ ਸ਼੍ਰੇਣੀਆਂ ਦੇ ਵਿੱਚ ਜਦੋਂ ਆਪਾਂ ਬਾਲ ਸਭਾ ਕਰਵਾਉਂਦੇ ਹਾਂ, ਹਫਤੇ ਦੇ ਵਿੱਚ ਇੱਕ ਜਿਹੜੀ ਸ਼ਨੀਵਾਰ ਨੂੰ ਜਿਹੜੀ ਬਾਲ ਸਭਾ ਹੁੰਦੀ ਹੈ, ਮੈਂ ਉਹਦੀ ਗੱਲ ਕਰ ਰਿਹਾ, ਜਿਹਦੇ ਵਿੱਚ ਵਿਦਿਆਰਥੀ ਗਾਣੇ ਵਗੈਰਾ, ਕੋਈ ਗੀਤ ਵਗੈਰਾ, ਕੋਈ ਕਹਾਣੀ ਵਗੈਰਾ, ਕੋਈ ਕਵਿਤਾ ਵਗੈਰਾ ਸੁਣਾਉਂਦੇ ਆ, ਹੈ ਨਾ, ਉਹ ਬਾਲ ਸਭਾ ਦੀ ਮੈਂ ਗੱਲ ਕਰ ਰਿਹਾ। ਉਹਦੇ ਵਿੱਚ ਜਦੋਂ ਛੋਟੇ ਵਿਦਿਆਰਥੀਆਂ ਦੇ ਉੱਪਰ ਜਦੋਂ ਆਪਾਂ ਬਾਲ ਸਭਾ ਲਾਗੂ ਕਰਦੇ ਹਾਂ, ਉਦੋਂ ਕੀ ਹੁੰਦਾ ਹੈ, ਉਦੋਂ ਉਹਨਾਂ ਨੂੰ ਇੱਕ ਮਾਰਗਦਰਸ਼ਕ ਦੀ ਲੋੜ ਹੁੰਦੀ ਹੈ, ਅਧਿਆਪਕ ਦੀ ਲੋੜ ਹੁੰਦੀ ਹੈ। ਪਰ ਮਿਡਲ ਕਲਾਸ ਦੇ ਵਿੱਚ ਕੋਈ ਦਿੱਕਤ ਨਹੀਂ ਹੈ, ਤੁਸੀਂ ਵਿਦਿਆਰਥੀ ਨੂੰ ਹੀ ਇੱਕ ਮਾਰਗਦਰਸ਼ਕ ਬਣਾ ਸਕਦੇ ਹੋ ਮਿਡਲ ਜਾਂ ਉੱਚ ਸ਼੍ਰੇਣੀਆਂ ਦੇ ਵਿੱਚ। ਪਰ ਜਦੋਂ ਬਾਲ ਸਭਾ ਦਾ ਸੰਬੰਧ ਜਦੋਂ ਮੁੱਢਲੀਆਂ ਸ਼੍ਰੇਣੀਆਂ ਦੇ ਵਿੱਚ ਵੀ ਬੱਚੇ ਲਈ ਬਾਲ ਸਭਾ ਬਹੁਤ ਜ਼ਰੂਰੀ ਹੈ। ਬਾਲ ਸਭਾ ਬੱਚੇ ਦੇ ਬੋਲਣ ਕੌਸ਼ਲ ਦਾ ਵਿਕਾਸ ਕਰਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਕੋਈ ਸ਼ੰਕਾ ਨਹੀਂ ਹੈ ਇਸ ਉੱਪਰ। ਪਰ ਜਦੋਂ ਬਾਲ ਸਭਾ ਦਾ ਸੰਬੰਧ ਆਪਾਂ ਮੁੱਢਲੀਆਂ ਜਮਾਤਾਂ ਦੇ ਨਾਲ ਜੋੜਦੇ ਹਾਂ, ਤਾਂ ਉਸ ਸਥਿਤੀ ਦੇ ਵਿੱਚ ਵਿਦਿਆਰਥੀਆਂ ਵਾਸਤੇ, ਜਿਹੜੇ ਛੋਟੀਆਂ ਸ਼੍ਰੇਣੀਆਂ ਦੇ ਵਿਦਿਆਰਥੀ ਨੇ, ਉਹਨਾਂ ਨੂੰ ਇੱਕ ਮਾਰਗਦਰਸ਼ਕ ਦੀ ਲੋੜ ਹੁੰਦੀ ਹੈ, ਇੱਕ ਅਧਿਆਪਕ ਦੀ ਲੋੜ ਪੈਂਦੀ ਹੈ। ਉਸ ਤੋਂ ਬਾਅਦ ਹੈ ਜੀ ਵਾਕ ਰਚਨਾ ਵਿਧੀ। ਦੇਖੋ ਜੀ ਅਧਿਆਪਕ ਕੋਈ ਵੀ ਵਸਤੂ ਜਾਂ ਕਿਸੇ ਵੀ ਗੱਲ ਦੇ ਉੱਪਰ, ਕਿਸੇ ਵੀ ਚੀਜ਼ ਉੱਪਰ ਜੋ ਵਿਦਿਆਰਥੀਆਂ ਨੇ ਕਿਤੇ ਵੇਖੀ ਪਰਖੀ ਹੋਵੇ, ਉਸ ਦੇ ਅਨੁਸਾਰ ਵਾਕ ਰਚਨਾ ਕਰਨ ਲਈ ਕਹਿ ਸਕਦਾ ਹੈ। ਵਾਕ ਰਚਨਾ ਵਿਧੀ ਦੀ ਵਰਤੋਂ ਇੱਥੇ ਕੀਤੀ ਜਾ ਸਕਦੀ ਹੈ। ਉਸ ਤੋਂ ਬਾਅਦ ਸਵੈ ਪ੍ਰਗਟਾ ਦਾ ਮੌਕਾ। ਇਹ ਤਾਂ ਬਹੁਤ ਇੰਪੋਰਟੈਂਟ ਗੱਲ ਹੈ ਜੀ। ਬੱਚੇ ਨੂੰ ਕਲਾਸ ਦੇ ਵਿੱਚ ਵੱਧ ਤੋਂ ਵੱਧ ਕਮਿਊਨੀਕੇਸ਼ਨ ਦੇ ਮੌਕੇ ਦਿੱਤੇ ਜਾਣ, ਤਾਂ ਜੋ ਕੀ ਹੋਵੇ, ਬੱਚੇ ਦੇ ਬੋਲਣ ਕੌਸ਼ਲ ਦਾ ਵਿਕਾਸ ਹੋਵੇ। ਉਸ ਤੋਂ ਬਾਅਦ ਹੈ ਜੀ ਵਾਰਤਾਲਾਪ। ਵਾਰਤਾਲਾਪ ਤਾਂ ਦੇਖੋ ਜੀ ਬੋਲਣ ਕੌਸ਼ਲ ਦਾ ਇੱਕ ਆਦਰਸ਼ ਨਮੂਨਾ ਪੇਸ਼ ਕਰਦਾ ਹੈ। ਜਦੋਂ ਵਿਦਿਆਰਥੀ ਆਪਸ ਦੇ ਵਿੱਚ ਜਾਂ ਜਮਾਤ ਦੇ ਵਿੱਚ ਅਧਿਆਪਕ ਦੇ ਨਾਲ ਵਾਰਤਾਲਾਪ ਦੇ ਰੂਪ ਵਿੱਚ ਭਾਸ਼ਾ ਸਿੱਖਦੇ ਹਨ, ਤਾਂ ਉਦੋਂ ਬੱਚੇ ਦੇ ਬੋਲਣ ਕੌਸ਼ਲ ਦਾ ਵਿਕਾਸ ਹੁੰਦਾ ਹੈ। ਮਿਡਲ ਤੇ ਉੱਚ ਸ਼੍ਰੇਣੀਆਂ ਦੇ ਵਿੱਚ ਸੁਣ ਲਵੋ ਜੀ ਬੋਲਣ ਕੌਸ਼ਲ ਦਾ ਵਿਕਾਸ ਕਿਵੇਂ ਹੁੰਦਾ ਹੈ। ਵਾਦ ਵਿਵਾਦ, ਡਿਬੇਟ, ਜਿਹਦੀ ਆਪਾਂ ਸੁਣਨ ਕੌਸ਼ਲ ਦੇ ਵਿੱਚ ਗੱਲ ਕੀਤੀ ਸੀ। ਕੋਈ ਇੱਕ ਵਿਸ਼ਾ ਚੁਣ ਲਿਆ ਜਾਂਦਾ ਅਤੇ ਉਸ ਦੇ ਆਧਾਰ ਦੇ ਉੱਪਰ ਇੱਕ ਵਿਦਿਆਰਥੀ ਹੈ ਜਿਹੜੀ ਉਸ ਵਿਸ਼ੇ ਦੇ ਮਤਲਬ ਕੀ ਹੈ ਕਿ ਉਸ ਵਿਸ਼ੇ ਦੇ ਪੱਖ ਦੇ ਵਿੱਚ ਬੋਲਦੇ ਨੇ, ਅਤੇ ਦੂਸਰੇ ਵਿਦਿਆਰਥੀ ਜਿਹੜੇ ਉਹ ਵਿਸ਼ੇ ਦੇ ਵਿਰੋਧ ਵਿੱਚ ਬੋਲਦੇ ਨੇ। ਭਾਸ਼ਣ। ਦੇਖੋ ਜੀ ਭਾਸ਼ਣ ਹੈਗੀ ਆ ਇੱਕ ਕਲਾ, ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਹੈ ਨਾ। ਭਾਸ਼ਣ ਵਾਸਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਸੋ ਇਹ ਇੱਕ ਬੋਲਣ ਕੌਸ਼ਲ ਦੇ ਨਾਲ ਨਾਲ ਇੱਕ ਕਲਾਤਮਕ ਚੀਜ਼ ਵੀ ਹੈ ਨਾ। ਇਹਦੇ ਵਿੱਚ ਦੇਖੋ ਜੀ ਵਿਦਿਆਰਥੀ ਕਿੰਨਾ ਕੁਝ ਸਿੱਖਦਾ ਹੈ, ਬੋਲਣ ਕੌਸ਼ਲ ਦੇ ਨਾਲ ਨਾਲ ਸ਼ੁੱਧ ਉਚਾਰਨ ਵੀ ਸਿੱਖਦਾ ਹੈ ਭਾਸ਼ਣ ਦੇ ਵਿੱਚ। ਉਸ ਤੋਂ ਬਾਅਦ ਉਚਿਤ ਗਤੀ ਨਾਲ ਪੜ੍ਹਨਾ ਅਤੇ ਸਪਸ਼ਟ ਸ਼ੁੱਧ ਵਿਰਾਮ ਚਿੰਨ੍ਹਾਂ ਦੇ ਨਾਲ ਕਿਹੜੀ ਗੱਲ ਨੂੰ ਜ਼ਿਆਦਾ ਜ਼ੋਰ ਦੇ ਕੇ ਬੋਲਣਾ, ਕਿਹੜੀ ਨੂੰ ਘੱਟ ਦੇ ਕੇ ਜ਼ੋਰ ਦੇ ਕੇ ਬੋਲਣਾ, ਇਹ ਗੱਲਾਂ ਵਿਦਿਆਰਥੀ ਭਾਸ਼ਣ ਤੋਂ ਸਿੱਖਦਾ ਹੈ। ਉਸ ਤੋਂ ਬਾਅਦ ਹੈ ਜੀ ਸਮੂਹਿਕ ਚਰਚਾ, ਹੈ ਨਾ। ਸਮੂਹਿਕ ਚਰਚਾ ਵੀ ਕੀਤੀ ਜਾ ਸਕਦੀ ਹੈ। ਗੋਲ ਮੇਜ਼ ਸੰਮੇਲਨ ਹੈ ਜਿਹੜੇ, ਉਹ ਸਮੂਹਿਕ ਚਰਚਾ ਦੇ ਇੱਕ ਉੱਤਮ ਉਦਾਹਰਣ ਹਨ। ਇੱਕ ਗੋਲ ਘੇਰਾ ਬਣਾ ਕੇ ਵਿਦਿਆਰਥੀਆਂ ਨੂੰ ਬਿਠਾ ਦਿੱਤਾ ਜਾਂਦਾ ਹੈ ਅਤੇ ਸਮੂਹਿਕ ਰੂਪ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ, ਉਹਨੂੰ ਕਿਹਾ ਜਾਂਦਾ ਹੈ ਜੀ ਸਮੂਹਿਕ ਚਰਚਾ।
ਨਾਟਕ ਅਤੇ ਰੰਗਮੰਚ। ਨਾਟਕ ਦੇ ਵਿੱਚ ਦੇਖੋ ਜੀ, ਨਾਟਕ ਇੱਕ ਸਾਹਿਤਕ ਵਿਧਿਆ ਹੈ, ਸਾਹਿਤਕ ਵਿਧਾ ਹੈ, ਅਤੇ ਨਾਲ ਨਾਲ ਇਸ ਦਾ ਸੰਬੰਧ ਰੰਗਮੰਚ ਦੇ ਨਾਲ ਵੀ ਹੈ, ਥੀਏਟਰ ਦੇ ਨਾਲ ਵੀ ਹੈ। ਨਾਟਕ ਇੱਕ ਪਾਸੇ ਤਾਂ ਸਕੂਲ ਦੇ ਵਿੱਚ ਜਮਾਤ ਦੇ ਵਿੱਚ ਪੜ੍ਹਾਇਆ ਵੀ ਜਾਂਦਾ ਹੈ, ਅਤੇ ਦੂਜੇ ਪਾਸੇ ਨਾਲ ਨਾਲ ਕੀ ਹੈ, ਇਹ ਇੱਕ ਰੰਗਮੰਚ ਦੇ ਉੱਪਰ, ਭਾਵ ਕੀ ਹੈ, ਸਟੇਜ ਦੇ ਉੱਪਰ ਖੇਡਿਆ ਵੀ ਜਾਂਦਾ ਹੈ। ਸੋ ਨਾਟਕ ਦਾ ਸੰਬੰਧ ਸਾਹਿਤਿਆ ਦੇ ਨਾਲ ਵੀ ਹੈ ਅਤੇ ਸਟੇਜ ਦੇ ਨਾਲ ਵੀ ਹੈ, ਰੰਗਮੰਚ ਦੇ ਨਾਲ ਵੀ ਹੈ। ਸੋ ਵਿਦਿਆਰਥੀ ਇੱਥੋਂ ਕੀ ਹੈ ਕਿ ਇੱਥੋਂ ਨਾਟਕ ਵਿਦਿਆਰਥੀਆਂ ਨੇ ਇੱਥੇ ਕੀ ਕੀਤਾ, ਬੋਲਣ ਕੌਸ਼ਲ ਦਾ ਵਿਕਾਸ ਵਿਦਿਆਰਥੀਆਂ ਦੇ ਸਿਧਾਂਤਿਕ ਰੂਪ ਦੇ ਵਿੱਚ ਵੀ ਹੁੰਦਾ ਹੈ ਅਤੇ ਨਾਲ ਨਾਲ ਵਿਵਹਾਰਿਕ ਰੂਪ ਦੇ ਵਿੱਚ ਵੀ ਹੁੰਦਾ ਹੈ। ਕਿਉਂਕਿ ਨਾਟਕ ਪੜ੍ਹਨਾ ਇੱਕ ਚੀਜ਼ ਹੈ ਅਤੇ ਉਸ ਨਾਟਕ ਨੂੰ ਰੰਗਮੰਚ ਦੇ ਉੱਪਰ ਖੇਡਣਾ, ਸਟੇਜ ਦੇ ਉੱਪਰ ਉਸ ਨੂੰ ਮਤਲਬ ਕੀ ਹੈ, ਸਰੋਤਿਆਂ ਦੇ ਸਾਹਮਣੇ ਪੇਸ਼ ਕਰਨਾ, ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨਾ, ਉਹ ਇੱਕ ਅਲੱਗ ਚੀਜ਼ ਹੈ। ਸੋ ਦੋਨੋਂ ਚੀਜ਼ਾਂ ਜਿਹੜੀਆਂ ਇਹਦੇ ਨਾਲ ਵਿਦਿਆਰਥੀ ਦੇ ਬੋਲਣ ਕੌਸ਼ਲ ਦਾ ਵਿਕਾਸ ਹੁੰਦਾ ਹੈ। ਬੁੱਧੀ ਟਰਸਟ ਵੀ ਹੁੰਦਾ ਹੈ ਜੀ ਇੱਕ, ਇਹਦੇ ਨਾਲ ਵੀ ਬੋਲਣ ਕੌਸ਼ਲ ਦਾ ਵਿਕਾਸ ਹੁੰਦਾ ਹੈ। ਇੱਕ ਵੱਡੀ ਸਟੇਜ ਲਾ ਕੇ ਵਿਦਿਆਰਥੀਆਂ ਨੂੰ ਉਹਦੇ ਉੱਪਰ ਬਿਠਾ ਦਿੰਦੇ ਆ ਅਤੇ ਸਾਹਮਣੇ ਸਰੋਤੇ ਬੈਠੇ ਹੁੰਦੇ ਆ, ਵਿਦਿਆਰਥੀ ਆਪਸ ਦੇ ਵਿੱਚ ਵਿਚਾਰ ਚਰਚਾ ਕਰਦੇ ਨੇ, ਉਹਨੂੰ ਕਿਹਾ ਜਾਂਦਾ ਜੀ ਬੁੱਧੀ ਟਰਸਟ। ਵਿਚਾਰ ਗੋਸ਼ਟੀ ਹੈ ਨਾ, ਵਿਚਾਰਾਂ ਦੀ ਗੋਸ਼ਟੀ ਦਾ ਮਤਲਬ ਹੁੰਦਾ ਕਿ ਆਪਸ ਦੇ ਵਿੱਚ ਸੰਵਾਦ ਕਰਨਾ, ਕਿਸੇ ਚੀਜ਼ ਨੂੰ ਲੈ ਕੇ ਗੱਲਬਾਤ ਕਰਨੀ, ਇਹ ਵੀ ਉੱਚ ਸ਼੍ਰੇਣੀਆਂ ਦੇ ਨਾਲ ਹੈ। ਕਾਵ ਸੰਮੇਲਨ ਵੀ, ਇਹਦਾ ਸੰਬੰਧ ਵੀ ਦੇਖੋ ਜੀ ਉੱਚ ਸ਼੍ਰੇਣੀਆਂ ਮਿਡਲ ਦੇ ਨਾਲ ਹੈ ਅਤੇ ਨਾਲ ਨਾਲ ਇਹਦੇ ਵਿੱਚ ਬੋਲਣ ਕੌਸ਼ਲ ਦਾ ਵਿਕਾਸ ਹੁੰਦਾ ਹੈ। ਅਸੀਂ ਇੱਕ ਕਾਵ ਸੰਮੇਲਨ ਰੱਖ ਸਕਦੇ ਹਾਂ ਸਕੂਲ ਦੇ ਵਿੱਚ ਅਤੇ ਵਿਦਿਆਰਥੀਆਂ ਨੂੰ ਕਹਿ ਸਕਦੇ ਹਾਂ ਕਿ ਭਾਈ ਆਪਣੇ ਆਪਣੇ ਹਿਸਾਬ ਨਾਲ ਤੁਸੀਂ ਜਿਹੋ ਜਿਹਾ ਤੁਹਾਡੀ ਮਾਨਸਿਕਤਾ ਹੈ ਉਸ ਦੇ ਅਨੁਸਾਰ ਤੁਸੀਂ ਕਵਿਤਾ ਲਿਖ ਕੇ ਲਿਆਉਣੀ ਹੈ ਅਤੇ ਉਸ ਨੂੰ ਸਰੋਤਿਆਂ ਦੇ ਸਾਹਮਣੇ, ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨਾ ਹੈ। ਇਹ ਆ ਜੀ ਦੇਖੋ ਆਪਣੇ ਬੋਲਣ ਕੌਸ਼ਲ ਦੀਆਂ ਅਸੀਂ ਵਿਧੀਆਂ ਦੀ ਗੱਲ ਕੀਤੀ ਹੈ ਜੀ, ਇਹ ਤੁਸੀਂ ਖਾਸ ਕਰਕੇ ਧਿਆਨ ਦੇ ਵਿੱਚ ਰੱਖਣੀਆਂ। ਇਹ ਸਾਰੀਆਂ ਗੱਲਾਂ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਇਹ ਹੈ ਜੀ ਸਾਡਾ ਬੋਲਣ ਕੌਸ਼ਲ। ਹੁਣ ਦੇਖੋ ਜੀ ਇੱਕ ਗੱਲ ਹੋਰ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ, ਸੁਣਨ ਕੌਸ਼ਲ ਹੋ ਗਿਆ ਆਪਣਾ, ਬੋਲਣ ਕੌਸ਼ਲ ਹੋ ਗਿਆ। ਜਦੋਂ ਵਿਦਿਆਰਥੀ ਬੋਲਣ ਕੌਸ਼ਲ ਦੇ ਵਿੱਚ ਆਪਣਾ ਵਿਕਾਸ ਕਰਦਾ ਹੈ, ਜਦੋਂ ਵਿਦਿਆਰਥੀ ਦੇ ਭਾਸ਼ਾ ਦੇ ਬੋਲਣ ਕੌਸ਼ਲ ਰੂਪ ਦਾ ਵਿਕਾਸ ਹੁੰਦਾ ਹੈ, ਤਾਂ ਉਦੋਂ ਨਾਲ ਨਾਲ ਉਸ ਦੇ ਉਚਾਰਨ ਦਾ ਵੀ ਵਿਕਾਸ ਹੋ ਰਿਹਾ ਹੁੰਦਾ ਹੈ। ਕਿਉਂਕਿ ਉਚਾਰਨ ਜਿਹੜੀ ਸਿੱਖਿਆ ਹੈ ਉਸ ਦਾ ਸੰਬੰਧ ਸਾਡੀਆਂ ਆਰੰਭਿਕ ਸ਼੍ਰੇਣੀਆਂ ਦੇ ਨਾਲ ਹੈ, ਆਰੰਭਿਕ ਸ਼੍ਰੇਣੀਆਂ ਦੇ ਨਾਲ ਹੈ। ਜੋ ਅਸੀਂ ਬੱਚੇ ਨੂੰ ਸ਼ੁੱਧ ਉਚਾਰਨ ਸਿਖਾਉਣਾ ਹੈ ਉਹ ਅਸੀਂ ਆਰੰਭਿਕ ਸ਼੍ਰੇਣੀਆਂ ਦੇ ਵਿੱਚ ਹੀ ਸਿਖਾਉਣਾ ਹੈ। ਇਸ ਕਰਕੇ ਆਪਾਂ ਅਗਲਾ ਜਿਹੜਾ ਸਾਡਾ ਹੋਵੇਗਾ ਉਹ ਆਪਾਂ ਉਚਾਰਨ ਕੌਸ਼ਲ ਦੀ ਗੱਲ ਕਰਾਂਗੇ, ਜਿਸ ਦਾ ਸੰਬੰਧ ਬੋਲਣ ਕੌਸ਼ਲ ਦੇ ਨਾਲ ਹੈ। ਕਿਉਂਕਿ ਵਿਦਿਆਰਥੀ ਨੇ ਆਪਣੇ ਆਪ ਨੂੰ ਪ੍ਰਗਟ ਕਰਨਾ ਹੈ ਅਤੇ ਸ਼ੁੱਧ ਉਚਾਰਨ ਰੂਪ ਦੇ ਵਿੱਚ ਪ੍ਰਗਟ ਕਰਨਾ ਹੈ। ਇਹ ਆਪਾਂ ਅਗਲੀ ਜਮਾਤ ਦੇ ਵਿੱਚ ਗੱਲ ਕਰਾਂਗੇ ਜੀ। ਮਿਲਦੇ ਹਾਂ ਛੇਤੀ। ਸ਼ੁਕਰੀਆ, ਮਿਹਰਬਾਨੀ, ਰੱਬ ਰਾਖਾ।